ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਤੂੰ ਚਾਓ ਸਜਣ ਮੈਂਡਿਆ, ਦੇਈ ਸਿਸ ਪੁਤਾ। ਨੈਣ ਮਹੰਜੇ ਤਰਸਦੇ, ਕਦ ਪਸੀ ਦੀਦਾ। ਤੈਂਡੀ ਬੰਦਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਖੰਤ ਪਛਾਣਾ। ਕੋਈ ਜਨ ਹਰਿ ਸਿਉ ਦੇਵੈ ਜੋੜ, ਚਰਨ ਗਹੋ ਬਕੂ ਸੁਭ ਰਸਨਾ ਦੀਜਹਿ ਹਾਂ ਅਕੋ। ਜਿੰਦ ਉਹਨਾਂ ਤੋਂ ਮੈਂ ਘੋਲ ਘੁਮਾਵਾਂ, ਜਿੰਦ ਉਹਨਾਂ ਤੋਂ ਮੈਂ ਘੋਲ ਘੁਮਾਵਾਂ। ਜਿਨ੍ਹਾਂ ਨੇ ਦਸ ਪਾਈ ਗੁਰਾਂ ਦੇ, ਜਿੰਦ ਉਹਨਾਂ ਤੋਂ ਮੈਂ ਘੋਲ ਘੁਮਾਵਾਂ। ਜਿਨ੍ਹਾਂ ਨੇ ਦਸ ਪਾਈ ਗੁਰਾਂ ਦੇ, ਦਸ ਪਾਈ ਗੁਰਾਂ। ਜਿੰਦ ਉਹਨਾਂ ਤੋਂ ਮੈਂ ਘੋਲ ਘੁਮਾਵਾਂ। ਜਿਨ੍ਹਾਂ ਦਸ ਪਾਈ ਗੁਰਾਂ ਦੀ,
ਪਾਈ ਗੁਰਾਂ ਦੀ। मिल देखो प्रीत मन लगी पाए लगो मोह करो बेनती। को संत मिले वड भागी मन अरपो तन रखो आगे। मन की मत मोह सगल त्यागी जो प्रभु की हर बात सुनावे। अन दिन फिरो तिस पिछे बैरागी पूर्व कर्म अंकुर जब प्रगटे भेट्यो पुरख रस्त बैरागी। मिट्यो अंधेर मिलत हर नानक जन्म जन्म की सोई जागी। जदों सुती होई किस्मत जागदी मेला हुंदा प्यारियां दा। जदों सुती होई किस्मत जागदी मेला हुंदा प्यारियां दा। सुती होई किस्मत जागदी मेला हुंदा प्यारियां दा। जदों सुती होई किस्मत जागदी मेला हुंदा प्यारियां दा। सारे जपो अखा बंद करके प्यारे कोई वांझा न रहे बोलो सारे वाहिगुरु 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 वाहिगुरु।
सतनाम सतनाम जी वाहेगुरु 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 सतनाम जपो सतनाम जपो संगते प्यारिए वाहिगुरु दा नाम मनो नाम सारिए सतनाम जपो संगते प्यारिए वाहिगुरु दा नाम मनो नाम सारिए सतनाम जपो संगते प्यारिए वाहिगुरु दा नाम मनो नाम सारिए असी सदा भुलण हार जी तू मेरे सतगुर सदा बख्शण हार जी असी सदा भुलण हार जी तू मेरे दाता सदा बख्शण हार जी असी सदा भुलण हार जी तू मेरे दाता सदा बख्शण हार जी सतनाम 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 जी वाहेगुरु 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 जी जपो सतनाम 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 जी वाहेगुरु वाहेगुरु सतनाम 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 जी वाहेगुरु 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 जपो जी सारे बोलो वाहेगुरु 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 मन लग गया बेपरवाह नाल, 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 मन लग गया बेपरवाह नाल। आजी सिर शाह दे शान नाल, सिर शाह दे शान नाल, मन लग गया बेपरवाह नाल, मन लग गया बेपरवाह नाल।
तुसां दी संगतां ते है, मेहर तुसां दी संगतां ते, मेहर तुसां दी संगतां ते, मेहर तुसां दी संगतां ते, मेहर तुसां दी संगतां ते है, मेहर तुसां दी संगतां ते। संगत है तुसां सहारे जी, संगत है तुसां सहारे जी है, मेहर तुसां दी संगतां ते है, मेहर तुसां दी संगतां ते। संगत है तुसां सहारे जी है, मेहर तुसां दी संगतां ते है, मेहर तुसां दी संगतां ते। संगत है तुसां सहारे जी है, मेहर तुसां दी संगतां ते है, मेहर तुसां दी संगतां ते। तुसीं हाजिर नाजिर सतगुर हो, 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 हाजिर नाजिर सतगुर हो। ਸਾਡੇ ਗੁਰੂ ਗ੍ਰੰਥ ਪਿਆਰੇ ਜੀ, ਗੁਰੂ ਗ੍ਰੰਥ ਪਿਆਰੇ ਜੀ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਹਾਜ਼ਰ ਨਾਜ਼ਰ ਸਤਿਗੁਰ ਹੋ। ਗੁਰੂ ਗ੍ਰੰਥ ਪਿਆਰੇ ਜੀ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ। ਗ੍ਰੰਥ ਪਿਆਰੇ ਜੀ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ। ਮੇਰੇ ਸਤਿਗੁਰ ਤੇਰੇ ਬਾਝੋ, ਮੇਰੇ ਸਤਿਗੁਰ, ਮੇਰੇ ਸਤਿਗੁਰ ਤੇਰੇ ਬਾਝੋ, ਦੁਖੀਆਂ ਦੇ ਦੁਖੜੇ ਕੌਣ ਸੁਣੇ, ਦੁਖੀਆਂ ਦੇ ਦੁਖੜੇ ਕੌਣ ਸੁਣੇ। ਤੇਰੇ ਬਾਝੋ, ਦੁਖੀਆਂ ਦੇ ਦੁਖੜੇ ਕੌਣ ਸੁਣੇ, ਦੁਖੀਆਂ ਦੇ ਦੁਖੜੇ ਕੌਣ ਸੁਣੇ। ਸਤਿਗੁਰ ਤੇਰੇ ਬਾਝੋ, ਦੁਖੀਆਂ ਦੇ ਦੁਖੜੇ ਕੌਣ ਕਰੇ, ਦੁਖੀਆਂ ਦੇ ਦੁਖੜੇ ਕੌਣ ਸੁਣੇ। ਮੇਰੇ ਸਤਿਗੁਰ, ਸਤਿਗੁਰ ਤੇਰੇ ਬਾਝੋ, ਦੁਖੀਆਂ ਦੇ ਦੁਖੜੇ ਕੌਣ ਸੁਣੇ, ਦੁਖੀਆਂ ਦੇ ਦੁਖੜੇ ਕੌਣ ਸੁਣੇ। ਸਤਿਗੁਰ ਤੇਰੇ ਬਾਝੋ, ਦੁਖੀਆਂ ਦੇ ਦੁਖੜੇ ਕੌਣ ਸੁਣੇ, ਦੁਖੀਆਂ ਦੇ ਦੁਖੜੇ ਕੌਣ ਸੁਣੇ। ਸਤਿਗੁਰ ਤੇਰੇ ਬਾਝੋ, ਦੁਖੀਆਂ ਦੇ ਦੁਖੜੇ ਕੌਣ ਸੁਣੇ, ਦੁਖੀਆਂ ਦੇ ਦੁਖੜੇ ਕੌਣ ਸੁਣੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ, ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ, ਦੁਬਾਰਾ ਨਾ ਕਹਿਣਾ ਪਵੇ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੋ ਅੱਜ ਇਸ ਭਾਗਾ ਸਮਾਂ ਬਖਸ਼ਿਆ, ਰਲ ਮਿਲ ਕੇ ਬੈਠਣ ਦਾ, ਸਤਸੰਗ ਕਰਨ ਦਾ। ਮਾਘ ਦੀ ਸੰਗਰਾਂਦ ਵਾਲੇ ਦਿਨ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਪੁੱਜੇ। ਹਮੇਸ਼ਾ ਹੀ ਜਦੋਂ ਤੋਂ ਸੰਗਰਾਂਦ ਸ਼ੁਰੂ ਹੋਈ, ਬਹੁਤ ਪਿਆਰ ਵਾਲੀਆਂ ਸੰਗਤਾਂ ਸਫ਼ਰ ਦੀ ਪਰਵਾਹ ਨਾ ਕਰਦਿਆਂ, ਪੈਂਡਾ ਨਾ ਵੇਖਦਿਆਂ, ਸਰਦੀ ਗਰਮੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਦੂਰੋਂ ਦੂਰੋਂ ਚੱਲ ਕੇ ਸ਼ਰਧਾ ਵਾਲੇ, ਪਿਆਰ ਵਾਲੇ ਆ ਕੇ ਹਾਜ਼ਰੀ ਭਰਦੇ। ਕਈ ਇਦਾਂ ਦੇ ਸੱਜਣ ਵੀ ਨੇ ਜਿਹੜੇ ਅੱਜ ਤੋਂ 10-11 ਸਾਲ ਪਹਿਲਾਂ ਜਦੋਂ ਪਹਿਲੀ ਵਾਰ ਸੰਗਰਾਂਦ ਮਨਾਈ ਸੀ ਉਦਣ ਵੀ ਬੈਠੇ ਸਨ, ਅੱਜ ਵੀ ਉਹ ਹਾਜ਼ਰੀ ਉਦੋਂ ਤੋਂ ਭਰਦੇ ਆ ਰਹੇ। ਜਿਨ੍ਹਾਂ ਦਾ ਨੇਮ ਬਣ ਗਿਆ ਕਿ ਜੋ ਮਰਜ਼ੀ ਹੋਵੇ, ਸੰਗਰਾਂਦ ਵਾਲੇ ਦਿਨ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੋਈ ਹੈ। ਉਹ ਜਿੱਦਾਂ ਦਾ ਮਰਜ਼ੀ ਮੌਸਮ ਹੋਵੇ, ਜ਼ਰੂਰ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪਹੁੰਚਦੇ। ਸੋ ਨੇਮ ਜ਼ਰੂਰੀ ਹੈ, ਨੇਮ ਤੋਂ ਬਾਅਦ ਫਿਰ ਪ੍ਰੇਮ ਬਣਦਾ ਹੈ। ਸਾਧ ਸੰਗਤ ਵਿੱਚ ਆ ਕੇ ਹੀ ਜੀਵਨ ਘੜਿਆ ਜਾਂਦਾ ਹੈ।
कोई पता नहीं किन्ना कू कोई जपण वाला साध संगत विच बैठा होवे, बंदगी वाली रूह बैठी होवे, जिहदे मिलन करके जिहदी दृष्टि साडे उत्ते पैण करके साडा भी जीवन घड़िया जाए। साध संगत विच आ गल बनदी है। मैं बड़ी वार अर्ज कीती है, धरती ते बेकार टुकड़ा डिग्या पिया सी, नाली दे उपर पत्थर पिया होण करके जेड़ा लंघे उहदे उत्ते पैर रख के लंघे, जेड़ा लंघे पैर रख के लंघे। उथों एक कारीगर लंघिया, पत्थर घड़न वाला, मूर्तियां बनाउण वाला। हरेक नूं ते परख नहीं ना हुंदी पत्थर दी। उहने वेखिया ना जदों पत्थर ते, ओह कहिंदा ओए इहदी ते मूर्ति बन सकदी है, ते पत्थर ही बड़ा सोहना है। यही पत्थर घड़िया, हरेक पत्थर नहीं घड़िया जा सकदा, हरेक विचों मूर्ति नहीं निकलती। वो कारीगर सी तकड़ा, उन्हें आख्या टाइम है, अद्धा घंटा लगना है। उन्हें वो पत्थर चुकिया जिहदे उत्ते पैर रखते सी सारे, उन्हें चुक के घड़ना शुरू कर दिता। नक बनाता, मत्था बनाता, कन बनाते, गर्दन बनाती, चंगी तरह मूर्ति घड़ी गई। अद्धे घंटे च उन्होंने दरखत दे थल्ले रख के उच्चे थां ते उहदे गल च एक हार पाता। हुण जेड़ा लंघदा भगवान दी मूर्ति समझ के मत्था टेक के लंघदे, सब वो पहला पैर रख के लंघदे। पत्थर उही है, जेड़ा लंघे पैर रखे, हुण जेड़ा लंघे मत्था टेके। सवेरे जाण वाले मुसाफिर पैर रख के लंघे सन, हुण वापस आउंदियां उही लोग लंघण वाले राही मत्था टेक के लंघदे ने। ते कोई लंघिया जांदा कहंदा ए बुੱਤੋ तरक्की इसी को कहते हैं, इनू कहंदे ने तरक्की। होवे तरक्की ते इदां दी होवे, नहीं ते ना होवे। ऐ बुੱਤੋ तरक्की इसी को कहते हैं, तराशे न थे तो पत्थर थे, जब तराशे तो भगवान बन गए। विचाले रुके ही नहीं किते, जदों तराशिया नहीं सी ते पत्थर, बेजान पत्थर, जदों माड़ा जिहा कारीगर चंगे दे हथ लग गए ते विचाले किते रुके ही नहीं, सीधा ही रब, सीधा ही रब बन गए। ये सच्चाई है। अणभिज पत्थर आ असी, जिहदे ते कोई असर नहीं हुंदा, पत्थर दे उत्ते कोई असर नहीं। साडे अंदर भी पत्थर बने पए आ, पर जदों कोई मुर्शद कामल मिल जांदा है, पूरा कारीगर मिल जांदा है, उन्हें फिर घड़ देना है। अंदर ही उसे पत्थर नूं घड़ के उहदे चों ही रब प्रगट करके विखा देना। अंदर ही फिर कहांगे अंदर ही है, दिसदा है। अखां बंद करने आ ते दर्शन हुंदे ने। सबे कट राम बोले, रामा बोले, राम बिना को बोले जे। वो मेरे दिल विच भी बैठा है, अंदर भी वसिया होया। बस कोई कारीगर तकड़ा मिले ते एक गल चेता रखना, जे कारीगर नकली होवे, नकम्मा होवे, ये नहीं पता पत्थर दे उत्ते घड़न लगा जोर नाल सੱਟ मारे ओदे दो टुकड़े कर देवे। वो पत्थर किसे काम जोगा भी ना रहे। वो नाली ते रख के लोग पैर ते रख के लंघदे सी, इन्ने जोगा भी ना छड्डे, बिल्कुल ही बर्बाद ही हो जाए। कई इदां दे नकली भी ना मिल पैण, घड़न वाला ही घड़ सकदा, नकली दे हत्थां च आ गया ते उन्हें ते टुकड़े टुकड़े कर देने, उन्हें ते अगे तो भी खराब कर देना काम। सगों किसे काम जोगा नहीं रहिंदा बंदा। जदों असली मिल जाए, कोई पूरा मुर्शद मिल जाए, फिर असल विच गल बनदी, आनंद आउंदा ही फिर है। इस करके हमेशा आप जी दे चरनां विच अर्ज कीती है, मुर्शद होवे कामल, सेवक होवे आमल, ते रब विच शामिल। रब विच शामिल, मुर्शद पूरा होवे, सेवक अमल करन वाला, मनन वाला होवे, फिर साध संगत देरी नहीं लगदी, फिर समा नहीं लगता। सतगुरु सच्चे पातशाह ने साडे ते मेहर कीती, कलगीधर जी ने, धन गुरु ग्रंथ साहब सच्चे पातशाह दे सानू लड़ ला के गए आ। मुर्शद ते कामल है, बस हुण अपने आप नूं कहना है, तू तां लग जा गुरां दे चरनी, अणभिज मन पत्थरा। 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 लग जा गुरां दे चरनी,
लग जा गुरा दे चरनी अनभिज मन पत्थरा 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 ऐसा अनभिज पत्थर है मन ਜਿਹਦੇ ਉੱਤੇ ਅਸਰ ਹੀ ਕੋਈ ਨਹੀਂ ਹੁੰਦਾ। ਕਿੰਨਾ ਸੁਣਨੇ ਆ, ਕਿੰਨੀਆਂ ਸੰਗਤ ਵਿੱਚ ਆ ਕੇ ਹਾਜ਼ਰੀਆਂ ਭਰਨੇ ਆ, ਪਰ ਕੋਈ ਹੁੰਦਾ ਗੁਰੂ ਦਾ ਪਿਆਰਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਿਹਦੇ ਉੱਤੇ ਅਸਰ ਹੁੰਦਾ ਹੈ। ਪਰ ਇਹ ਗੱਲ ਵੀ ਸੱਚੀ ਹੈ ਵੀ ਪੱਥਰ ਤੇ ਬੂੰਦ ਪਈ ਨਾ ਪਈ, ਸਿਆਣੇ ਕਹਿੰਦੇ ਨੇ ਇੱਕ ਬੂੰਦ ਪਵੇ ਤੇ ਨਹੀਂ ਅਸਰ ਹੁੰਦਾ, ਪਰ ਜੇ ਇੱਕ ਪੱਥਰ ਜਿੱਥੇ ਪਾਣੀ ਢੋਇਆ ਜਾਂਦਾ ਹੈ ਉੱਥੇ ਇੱਕ ਇੱਕ ਬੂੰਦ ਕਰਕੇ ਡਿੱਗਦਾ ਰਹਿੰਦਾ ਡਿੱਗਦਾ ਰਹਿੰਦਾ ਡਿੱਗਦਾ ਰਹਿੰਦਾ, ਸਾਲ 2 ਸਾਲ ਬਾਅਦ ਵੇਖੋ ਪੱਥਰ ਦੇ ਉੱਤੇ ਵੀ ਨਿਸ਼ਾਨ ਪੈ ਜਾਂਦਾ। ਪਰ ਇੱਕ ਵਾਰੀ ਗੱਲ ਨਹੀਂ ਬਣਦੀ, ਲਗਾਤਾਰ ਜੇ ਉਹ ਬੂੰਦ ਉਹਦੇ ਉੱਤੇ ਪੈਂਦੀ ਰਹੇ ਪੈਂਦੀ ਰਹੇ ਪੈਂਦੀ ਰਹੇ ਪੱਥਰ ਤੇ ਵੀ ਨਿਸ਼ਾਨ ਪੈ ਜਾਂਦਾ। ਇਸ ਕਰਕੇ ਸੰਗਤ ਕਰਦੇ ਰਹੀਏ ਕਰਦੇ ਰਹੀਏ ਕਰਦੇ ਰਹੀਏ, ਇੱਕ ਨਾ ਇੱਕ ਦਿਨ ਜ਼ਰੂਰ ਰੰਗਤ ਚੜ ਜਾਏਗੀ। ਪਹਿਰੇਦਾਰਾਂ ਨੂੰ ਬੇਨਤੀ ਹੈ ਸੰਗਤ ਟਿਕਾਓ ਗੁਰਮਖੋ, ਉੱਠ ਕੇ ਸੰਗਤ ਅੱਗੇ ਨਾ ਆਵੇ, ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ। ਮੈਂ ਅਰਜ਼ ਹਮੇਸ਼ਾ ਹੀ ਕਰਨਾ ਕਿ ਵੇਲੇ ਨਾਲ ਦਿਨ ਦਾ ਦੀਵਾਨ ਸ਼ੁਰੂ ਹੋਵੇ, ਵੇਲੇ ਨਾਲ ਸਮਾਪਤੀ ਹੋ ਜਾਏ, ਸੰਗਤ ਘਰੋਂ ਘਰੀ ਛੇਤੀ ਜਾ ਸਕਦੀ ਹੈ। ਫਿਰ ਵੀ ਸੰਗਤ ਲੇਟ ਆਉਂਦੀ, ਕਈਆਂ ਨੂੰ ਸੁਭਾਅ ਹੀ ਹੁੰਦਾ ਹੈ, ਤੇ ਅਰਜ਼ ਹੈ ਕਿ ਹੁਣ ਜਰਾ ਟਿਕ ਜਾਓ, ਥੋੜਾ ਜਿਹਾ ਟਾਈਮ ਹਾਜ਼ਰੀ ਰਲ ਮਿਲ ਕੇ ਭਰ ਲਈਏ। ਫਿਰ ਤੁਹਾਨੂੰ ਪਤਾ ਹੈ ਅੰਮ੍ਰਿਤ ਸੰਚਾਰ ਵੀ ਹੋ ਰਿਹਾ, 5 ਪਿਆਰਿਆਂ ਨੇ ਸਟੇਜ ਤੇ ਆ ਜਾਣਾ ਹੈ, ਉਸ ਤੋਂ ਬਾਅਦ ਫਿਰ ਸਮਾਪਤੀ ਹੋ ਜਾਣੀ ਹੈ। ਜਿਨ੍ਹਾਂ ਨੇ ਕੁਝ ਲਾਹਾ ਲੈਣਾ ਹੁੰਦਾ ਉਹ ਤੇ ਇੱਕ ਘੜੀ ਬਥੇਰੀ ਹੈ, ਇੱਕ ਬਚਨ ਸੁਣ ਕੇ ਕਈ ਵਾਰੀ ਜ਼ਿੰਦਗੀ ਬਦਲ ਜਾਂਦੀ ਹੈ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਇੱਕ ਅੱਖਰ ਵੀ ਅਗਰ ਹਿਰਦੇ ਵਿੱਚ ਵਸ ਜਾਏ ਤੇ ਜੀਵਨ ਬਦਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ, ਪੂਰਾ ਮੁਰਸ਼ਿਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਆਪਾਂ ਚਰਨਾਂ ਵਿੱਚ ਬੈਠੇ ਆ। ਅੱਜ ਮਾਘੀ ਦਾ ਦਿਹਾੜਾ ਹੈ, ਸੰਗਤਾਂ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਹਜ਼ਾਰਾਂ ਹੀ ਸੰਗਤਾਂ ਹਾਜ਼ਰੀ ਭਰਨ ਵਾਸਤੇ ਜਾਂਦੀਆਂ, ਤੇ ਮੈਂ ਤੁਹਾਨੂੰ ਹਮੇਸ਼ਾ ਅਰਜ਼ ਕੀਤੀ ਹੈ ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ, ਜਾਣਾ ਚਾਹੀਦਾ ਹੈ, ਪਰ ਜੋ ਅਸਲ ਲਾਹਾ ਹੈ ਉਹ ਕੋਈ ਕੋਈ ਪ੍ਰਾਪਤ ਕਰਦਾ। ਉੱਥੋਂ ਦੇ ਸਿਧਾਂਤ ਨੂੰ ਵਿਰਲੇ ਗੁਰਮੁਖ ਨੇ ਜਿਹੜੇ ਪੱਲੇ ਬੰਨ੍ਹਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਥੇ ਆਖਿਆ ਕੀ ਹੈ। ਵੇਖੋ ਜਿੰਨੇ ਧਰਮ ਗ੍ਰੰਥ ਨੇ ਉਹ ਸੱਚਖੰਡ ਦੀ ਗੱਲ ਕਰਦੇ, ਧਰਮ ਗ੍ਰੰਥ ਨੇ ਮੁਕਤੀ ਦੀ ਗੱਲ ਕਰਦੇ ਨੇ, ਧਰਮ ਗ੍ਰੰਥ ਨੇ ਅੰਮ੍ਰਿਤ ਦੀ ਗੱਲ ਕਰਦੇ ਨੇ, ਧਰਮ ਗ੍ਰੰਥ ਨੇ ਆਨੰਦ ਦੀ ਗੱਲ ਕਰਦੇ ਨੇ ਵੀ ਬੰਦੇ ਨੂੰ ਆਨੰਦ ਕਿਵੇਂ ਮਿਲੇ, ਮੁਕਤੀ ਕਿਵੇਂ ਮਿਲੇ, ਅੰਮ੍ਰਿਤ ਰਸ ਕਿੱਦਾਂ ਪ੍ਰਾਪਤ ਹੋਵੇ, ਸੱਚਖੰਡ ਕਿੱਦਾਂ ਮਿਲੇ, ਇਹ ਧਰਮ ਗ੍ਰੰਥ ਕਹਿੰਦੇ ਆ। ਤੇ ਮੈਂ ਅਰਜ਼ ਬੜੀ ਵਾਰੀ ਕੀਤੀ ਹੈ ਕਿ ਸਾਡੇ ਕਿੱਡੇ ਵੱਡੇ ਭਾਗ ਨੇ, ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਾਡੇ ਕੋਲ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨੇ ਆ, ਪਰ ਮੁਕਤਸਰ ਸਾਹਿਬ ਦੀ ਧਰਤੀ ਸਿੱਖਾਂ ਕੋਲ ਹੈ। ਮੁਕਤੀ ਦੀ ਗੱਲ ਧਰਮ ਗ੍ਰੰਥ ਕਰਦੇ ਨੇ, ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂ ਸੱਚਖੰਡ ਹਰਮੰਦਰ ਸਾਹਿਬ ਨੂੰ ਵੀ ਕਹਿੰਦੇ ਨੇ, ਉਹ ਧਰਤੀ ਸਾਡੇ ਕੋਲ ਹੈ, ਅੰਮ੍ਰਿਤਸਰ ਸਾਡੇ ਕੋਲ ਹੈ, ਆਨੰਦਪੁਰ ਸਾਹਿਬ ਸਾਡੇ ਕੋਲ ਹੈ। ਬਾਅਦ ਵਿੱਚ ਕਿੰਨੇ ਵੇਖਿਆ ਸਤਿਗੁਰਾਂ ਨੇ ਸਾਨੂੰ ਜਿਉਂਦਿਆਂ ਨੂੰ ਹੀ ਇਹ ਤੀਰਥ ਦਿੱਤੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਆਨੰਦਪੁਰ ਸਾਹਿਬ ਸੱਚਮੁੱਚ ਆਨੰਦ ਆ ਸਕਦਾ ਹੈ, ਪਰ ਜੋ ਸਤਿਗੁਰੂ ਨੇ ਆਨੰਦਪੁਰ ਰਹਿੰਦਿਆਂ ਆਖਿਆ ਜੇ ਕਿਤੇ ਅਸੀਂ ਹਿਰਦੇ 'ਚ ਵਸਾ ਲਈਏ ਤਾਂ, ਜੇ ਕੱਲਾ ਮੱਥਾ ਟੇਕਣ ਤੱਕ ਸੀਮਤ ਰਹਿਣਾ ਵੀ ਮੱਥਾ ਟੇਕ ਕੇ ਆਨੰਦ ਆ ਜਾਏਗਾ, ਨਹੀਂ। ਆਨੰਦਪੁਰ ਸਾਹਿਬ ਜਾਈਏ, ਆਨੰਦਪੁਰ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਆਪਣੇ ਖਾਲਸੇ ਨੂੰ ਦਿੱਤੀ, ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈਏ ਤੇ ਜ਼ਿੰਦਗੀ 'ਚ ਆਨੰਦ ਹੀ ਆਨੰਦ ਆ ਜਾਏਗਾ, ਭਲੇ ਹੀ ਭਲੇ ਦਿਨ ਆ ਜਾਣਗੇ।
ਮੁਕਤਸਰ ਸਾਹਿਬ ਦੀ ਧਰਤੀ ਤੇ ਜਾਈਏ ਤੇ ਹਿਰਦੇ ਚੋਂ ਪਛਤਾਵਾ ਕਰੀਏ ਵੀ ਸੱਚੇ ਪਾਤਸ਼ਾਹ ਜ਼ਿੰਦਗੀ 'ਚ ਭੁੱਲਾਂ ਹੋਈਆਂ ਨੇ, 40 ਮੁਕਤਿਆਂ ਵਾਂਗੂ ਅਸੀਂ ਵੀ ਬਖਸ਼ਾਉਣ ਆਏ ਆ ਤੇ ਮੁਕਤੀ ਵੀ ਮਿਲ ਸਕਦੀ ਹੈ। ਇਹ ਧਰਤੀ ਤੇ ਹੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰਥ ਬਖਸ਼ੇ ਆ, ਪਰ ਜੇ ਕਿਤੇ ਉਸ ਤਰੀਕੇ ਸਿਰ ਸਾਡੀ ਸ਼ਰਧਾ ਬਣ ਜਾਏ, ਉਸ ਤਰੀਕੇ ਸਿਰ ਸਾਡੀ ਭਾਵਨਾ ਬਣ ਜਾਏ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਪਾਚੜੀ ਸਹੋਰ। ਸਗੋਂ ਅੱਗੇ ਨਾਲੋਂ ਵੀ ਕੰਮ ਖਰਾਬ ਹੋ ਜਾਂਦਾ। ਕਈ ਤੇ ਇਦਾਂ ਦੇ ਨੇ ਤੀਰਥਾਂ ਤੇ ਪਹਿਲਾਂ ਤੇ ਕਰਮ ਮਾੜੇ ਆ, ਜਦੋਂ ਤੀਰਥਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਫਿਰ ਹੋਰ ਮਾਨ ਆ ਗਿਆ ਵੀ ਮੈਂ ਤੇ ਬੜੇ ਤੀਰਥਾਂ ਤੇ ਜਾਣਾ, ਮੇਰੇ ਵਰਗਾ ਤੇ ਭਗਤ ਕੋਈ ਨਹੀਂ। ਅੱਗੇ ਨਾਲੋਂ ਵੀ ਸਗੋਂ ਕੰਮ ਜ਼ਿਆਦਾ ਖਰਾਬ ਹੋ ਜਾਂਦਾ। ਇਸ ਕਰਕੇ ਸੰਗਤ ਜੀ ਤੀਰਥਾਂ ਤੇ ਜਾਣਾ ਚੰਗੀ ਗੱਲ ਹੈ। ਅੱਜ ਕੱਲ ਹੁਣ ਵੇਖੋ ਮੁਕਤਸਰ ਸਾਹਿਬ ਦੀ ਧਰਤੀ ਤੇ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਫਤਿਹਗੜ੍ਹ ਸਾਹਿਬ ਇਸ ਵਾਰੀ ਮੈਂ ਸਭਾ ਤੇ ਮੱਥਾ ਟੇਕਣ ਗਿਆ, ਸਿਹਤ ਠੀਕ ਨਾ ਹੋਣ ਕਰਕੇ ਮਹੀਨਾ ਦੀਵਾਨ ਬੰਦ ਕੀਤੇ। ਅੱਗੇ ਵੀ ਸਭਾ ਤੇ ਮੱਥਾ ਟੇਕਣ ਤੇ ਜਾਈਦਾ ਹੀ ਸੀ। ਇਸ ਵਾਰੀ ਗਏ ਜਦੋਂ ਤੇ ਮੈਂ ਹੈਰਾਨ ਹੋਇਆ। ਮੈਂ ਸਤਿਗੁਰੂ ਦੇ ਚਰਨਾਂ 'ਚ ਬੈਠਾ ਬੇਨਤੀ ਕਰਨਾ, ਲੱਖਾਂ ਸੰਗਤਾਂ ਸੜਕਾਂ ਉੱਤੇ ਰੋਡਾਂ ਉੱਤੇ ਫਿਰਦੀਆਂ ਸੀ, ਲੰਗਰਾਂ ਵਿੱਚ ਭੀੜ ਸੀ, ਛਕਣ ਵਾਲਿਆਂ ਦੀ ਥਾਂ ਥਾਂ ਉੱਤੇ ਲੰਗਰ ਲਾਏ। ਚਲੋ ਇਹ ਤੇ ਬੜੀ ਖੁਸ਼ੀ ਹੁੰਦੀ ਹੈ ਨਾ ਵੇਖ ਕੇ ਵੀ ਕਿਵੇਂ ਥਾਂ ਥਾਂ ਉੱਤੇ ਗੁਰੂ ਕੀਆਂ ਸੰਗਤਾਂ ਸ਼ਰਧਾ ਪਿਆਰ ਵਾਲੇ ਗੁਰੂ ਕੇ ਲੰਗਰ ਲਾ ਕੇ ਬੈਠੇ ਨੇ। ਪਰ ਇਹ ਸਚਾਈ ਹੈ ਕਿ ਕਿੰਨੇ ਗੁਰਦੁਆਰੇ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ, ਜੋਤੀ ਸਰੂਪ ਸਾਹਿਬ ਤੇ ਮੇਨ ਜਿਹੜਾ ਫਤਿਹਗੜ੍ਹ ਸਾਹਿਬ ਸਥਾਨ ਹੈ ਉਸ ਜਗ੍ਹਾ ਉੱਤੇ ਸੰਗਤਾਂ ਨਮਸਕਾਰਾਂ ਕਰਨ ਵਾਲੀਆਂ ਜ਼ਰੂਰ ਸਨ। ਬਾਕੀ ਕਈ ਥਾਵਾਂ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਗੀ ਜਥੇ 3 ਸਿੰਘ ਉਹ ਬੈਠੇ ਸੀ ਤੇ ਇੱਕ ਚੌਰ ਵਾਲਾ ਬੈਠਾ ਸੀ, ਬਾਕੀ ਸਾਰੇ ਸੜਕਾਂ ਤੋਂ ਹੀ ਲੰਘੀ ਜਾਂਦੇ ਸੀ। ਉਹ ਇਕੱਲੇ ਕੀਰਤਨ ਕਰਦੇ ਨੇ, ਕੋਈ ਨਹੀਂ ਸੀ ਬੈਠਣ ਵਾਲਾ, ਕਿਉਂਕਿ ਅਸਲੀ ਲਾਹਾ ਲੈਣ ਵਾਲੇ ਤੇ ਕੋਈ ਕੋਈ ਹੁੰਦੇ ਆ। ਰੌਣਕ ਮੇਲਾ ਵੇਖਣ ਵਾਲੇ ਬਹੁਤੇ ਆ, ਸਾਡਾ ਸੁਭਾਅ ਹੀ ਇਦਾਂ ਦਾ। ਤੇ ਸੰਗਤ ਜੀ ਜੇ ਮੁਕਤਸਰ ਸਾਹਿਬ ਦੀ ਧਰਤੀ ਤੇ ਵੀ ਜਾਈਏ ਤੇ ਵੇਖੀਏ ਤੇ ਸਹੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬੇਮੁਖ ਹੋਇਆਂ ਉੱਤੇ ਕਿੱਡੀ ਵੱਡੀ ਕਿਰਪਾ ਕੀਤੀ। ਟੁੱਟ ਗਏ ਸਨ ਫਿਰ ਜੁੜ ਗਏ। ਬੱਚੇ ਖੇਡਦੇ ਖੇਡਦੇ ਕਈ ਵਾਰੀ ਡਿੱਗ ਪੈਂਦੇ ਨੇ, ਫਿਰ ਕੀ ਕਰਦੇ ਨੇ, ਉੱਠਦੇ ਨੇ, ਕੱਪੜੇ ਝਾੜਦੇ ਨੇ, ਫਿਰ ਭੱਜ ਲੈਂਦੇ ਨੇ, ਚਿੱਕੜ 'ਚ ਵੀ ਡਿੱਗ ਪੈਂਦੇ ਨੇ। ਤੇ ਇਹਦਾ ਮਤਲਬ ਇਹ ਥੋੜਾ ਹੁੰਦਾ ਵੀ ਜੇ ਚਿੱਕੜ 'ਚ ਡਿੱਗ ਪਏ ਆ ਤੇ ਵਿੱਚ ਹੀ ਲਿਟਦਾ ਰਹੇ, ਫਿਰ ਉੱਠ ਕੇ ਤੁਰ, ਫਿਰ ਭੱਜ। ਬੜੇ ਇਦਾਂ ਦੇ ਨੇ ਕਹਿਣਗੇ ਹੁਣ ਤੇ ਗਲਤੀ ਨਿਤਨੇਮ ਛੱਡ ਦਿੱਤਾ, ਹੁਣ ਤੇ ਨਾਗੇ ਪਈ ਜਾਂਦੇ ਨੇ, ਹੁਣ ਤੇ ਹੁਣ ਕਰਾਂਗੇ ਸ਼ੁਰੂ, ਹੁਣ ਤੇ ਥੱਲੇ ਹੀ ਥੱਲੇ ਜਾਈ ਜਾਣਾ। ਇੱਕ ਵਾਰੀ ਕੋਈ ਗਲਤੀ ਹੋ ਗਈ, ਇੱਕ ਵਾਰੀ ਕੋਈ ਭੁੱਲ ਹੋ ਗਈ, ਕਹਿੰਦੇ ਕੋਈ ਨਹੀਂ ਜੀ ਹੁਣ ਤੇ ਚੱਲਣ ਦਿਓ। ਇੱਕ ਵਾਰੀ ਸ਼ਰਾਬ ਪੀਤੀ ਕੀ ਜਾਂ ਕੋਈ ਮਾੜਾ ਕੰਮ ਹੋ ਗਿਆ, ਹੁਣ ਤੇ ਹੋ ਗਿਆ। ਇਹ ਨਹੀਂ, ਜੇ ਭੁੱਲ ਗਲਤੀ ਜ਼ਿੰਦਗੀ 'ਚ ਕਿਸੇ ਤੋਂ ਹੋਈ ਹੈ ਉਹ ਫਿਰ ਉੱਠੇ, ਫਿਰ ਕੱਪੜੇ ਝਾੜੇ, ਫਿਰ ਭੱਜੇ। ਤੁਰੇ ਜਾਂਦੇ ਪਾਣੀ ਨੂੰ ਲੋਕ ਦਰਿਆ ਕਹਿੰਦੇ ਨੇ, ਤੁਰੇ ਜਾਂਦੇ ਪਾਣੀ ਨੂੰ ਲੋਕ ਨਦੀ ਕਹਿੰਦੇ ਨੇ, ਤੁਰੇ ਜਾਂਦੇ ਪਾਣੀ ਨੂੰ ਲੋਕ ਨਹਿਰ ਕਹਿੰਦੇ ਨੇ, ਰੁਕੇ ਹੋਏ ਪਾਣੀ ਨੂੰ ਛੱਪੜ ਕਿਹਾ ਜਾਂਦਾ ਹੈ, ਟੋਭਾ ਕਿਹਾ ਜਾਂਦਾ ਹੈ। ਤੇ ਛੱਪੜ ਦੇ ਵਿੱਚ ਤੇ ਵੇਖੋ ਕਿੰਨੀ ਬਦਬੂ ਆਉਂਦੀ, ਛੱਪੜ ਕੋਲੋਂ ਲੰਘਣਾ ਵੀ ਮੂੰਹ ਤੇ ਕੱਪੜਾ ਲੈਣਾ ਪੈਂਦਾ। ਨਦੀ ਦਾ ਪਾਣੀ ਪੀਤਾ ਜਾਂਦਾ ਹੈ, ਦਰਿਆਵਾਂ ਦੇ ਲੋਕ ਪਾਣੀ ਪੀਂਦੇ ਨੇ, ਨਹਿਰ ਦਾ ਪਾਣੀ ਲੋਕ ਪੀ ਲੈਂਦੇ ਨੇ, ਚੱਲਦਾ ਪਾਣੀ ਹੈ। ਪਰ ਖਲੋਤੇ ਹੋਏ ਪਾਣੀ ਦੇ ਕੋਲੋਂ ਲੰਘਣ ਲੱਗਿਆਂ ਵੀ ਮੂੰਹ ਤੇ ਕੱਪੜਾ ਲੈਣਾ ਪੈਂਦਾ ਹੈ। ਛੱਪੜ ਦਾ ਪਾਣੀ ਕੌਣ ਪੀ ਸਕਦਾ ਹੈ? ਇਸ ਕਰਕੇ ਸੰਗਤ ਜੀ ਜਿਹੜੇ ਰੁਕੇ ਹੋਏ ਜੀਵਨ ਹੁੰਦੇ ਨੇ ਉਹ ਤੇ ਛੱਪੜਾਂ ਵਰਗੇ ਨੇ, ਜਿਹੜੇ ਤੁਰਦੇ ਤੁਰਦੇ ਖਲੋ ਗਏ ਆ। ਆਪੋ ਆਪਣੇ ਮਨਾਂ 'ਚ ਜ਼ਰੂਰ ਆਪਾਂ ਝਾਤੀ ਮਾਰ ਕੇ ਵੇਖਣੀ ਹੈ ਵੀ ਸਾਡਾ ਜੀਵਨ ਹੈ ਕਿੱਥੇ। ਬੜੇ ਲੋਕ ਸਨ, ਨਿਤਨੇਮ ਕਰਦੇ ਸਨ, ਬੜਾ ਭਜਨ ਕਰਦੇ ਸਾਂ, ਬੜਾ ਨਿਤਨੇਮ ਕਰਦੇ ਸਾਂ, ਹੁਣ ਟੁੱਟ ਗਿਆ। ਇੰਨਾ ਪਾਠ ਕਰਦੇ ਸਾਂ, ਹੁਣ ਟੁੱਟ ਗਿਆ। ਨਹੀਂ ਬਈ, ਫੇਰ ਸ਼ੁਰੂ ਕਰਨਾ ਚਾਹੀਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚੋਂ ਭੁੱਲਾਂ ਬਖਸ਼ਾਉਣੀਆਂ ਚਾਹੀਦੀਆਂ ਨੇ, ਨਹੀਂ ਤੇ ਜਿਉਂ-ਜਿਉਂ ਭੀਜੈ ਕਾਮਰੀ ਤਿਉਂ-ਤਿਉਂ ਭਾਰੀ ਹੋਤ ਜਾਤ, ਬਿਨ ਸਤ ਗੁਰ ਉਰ ਬਸੈ ਅਪਰਾਧ ਜੀ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜਿਵੇਂ ਬਾਰਿਸ਼ ਦਾ ਪਾਣੀ ਕੰਬਲੀ ਤੇ ਪਵੇ, ਜਿੱਦਾਂ ਹੁਣ ਆਪਾਂ ਕੰਬਲੀਆਂ ਉੱਤੇ ਲੋਈਆਂ ਲਈਆਂ ਨੇ, ਮੋਟਾ ਕੱਪੜਾ ਜਦੋਂ ਉਹਦੇ ਉੱਤੇ ਮੀਂਹ ਪੈਂਦਾ ਹੈ, ਬਾਰਿਸ਼ ਪੈਂਦੀ ਹੈ ਤੇ ਉਹ ਭਾਰਾ ਹੋ ਜਾਂਦਾ ਹੈ। ਥੋੜਾ ਥੋੜਾ ਪਾਣੀ ਪੈਂਦਾ ਪੈਂਦਾ ਉਹ ਭਾਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਭਾਈ ਨਿੱਕੀਆਂ ਨਿੱਕੀਆਂ ਗਲਤੀਆਂ ਨੇ ਨਾ ਜਿਹੜੀਆਂ, ਇਹ ਤੇਰੀ ਚਾਦਰ ਭਾਰੀ ਹੋ ਰਹੀ ਹੈ, ਅਪਰਾਧ ਬਣ ਰਹੀਆਂ ਨੇ। ਗਲਤੀ ਮਾਫ ਹੋ ਜਾਂਦੀ ਹੈ, ਅਪਰਾਧ ਮਾਫ ਨਹੀਂ ਹੁੰਦੇ। ਰੋਜ਼ ਨਿਤਨੇਮ ਕਰਨਾ, ਜਿਸ ਤਰੀਕੇ ਸਿਰ ਘਰ ਦੀ ਸਫਾਈ ਆਪਾਂ ਰੋਜ਼ ਕਰਨੇ ਆ, ਘਰ ਦੀ ਸਫਾਈ ਰੋਜ਼ ਚਾਹੀਦੀ ਹੈ।
ਤੁਸੀਂ 5-7 ਦਿਨ 10 ਦਿਨ ਨਾ ਝਾੜੂ ਲਾਓ ਕਿੰਨੀ ਗੰਦਗੀ ਪੈ ਜਾਂਦੀ। ਇਸੇ ਤਰ੍ਹਾਂ ਰੋਜ਼ ਨਿਤਨੇਮ ਚਾਹੀਦਾ ਹੀ ਚਾਹੀਦਾ। ਉਹੀ 5 ਬਾਣੀਆਂ ਰੋਜ਼-ਰੋਜ਼ ਪੜਨ ਦਾ ਕੀ ਫਾਇਦਾ। ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਸਤਿਗੁਰੂ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਕਰ ਬੰਦੇ ਤੂੰ ਬੰਦਗੀ ਕਿੰਨਾ ਚਿਰ ਜਿੱਚਰ ਘਟ ਮੈਂ ਸਾਹੋ, ਜਿੰਨਾ ਚਿਰ ਤੇਰੇ ਸਾਹ ਚੱਲਦੇ ਨੇ ਉਹਨਾਂ ਚਿਰ ਬੰਦਗੀ ਕਰਦਾ ਰਹੋ। ਥੋੜਾ ਚਿਰ ਨਹੀਂ, ਜਿੰਨਾ ਚਿਰ ਸਾਹ ਚੱਲਦੇ ਨੇ। ਤੇ ਅਰਦਾਸ ਵੀ ਸਤਿਗੁਰੂ ਦੇ ਚਰਨਾਂ 'ਚ ਹੀ ਕਰਨੀ ਚਾਹੀਦੀ। ਗਰੀਬ ਨਵਾਜ ਸਵਾਸ ਸਵਾਸ ਤੁਹਾਡੇ ਚਰਨਾਂ ਦੇ ਨਾਲ ਜੁੜੇ ਰਹੀਏ। ਆਖਰੀ ਸਾਹ ਹੋਵੇ ਉਦੋਂ ਵੀ ਸੱਚੇ ਪਾਤਸ਼ਾਹ ਮੇਰੀ ਸੁਰਤ ਤੁਹਾਡੇ ਚਰਨਾਂ ਵਿੱਚ ਹੋਵੇ। ਇਹ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਨੀ। ਆਪਾਂ ਬੜੀ ਵਾਰੀ ਧਾਰਨਾ ਪੜ੍ਹਦੇ ਆ ਸੱਚੇ ਪਾਤਸ਼ਾਹ, ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਸੁਰਤ ਮਹਾਰਾਜ ਦੇ ਚਰਨਾਂ ਵਿੱਚ ਹੋਵੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਸਾਈਆਂ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ। ਸੀ ਅਜਾਮਲ। ਕਹਿੰਦੇ ਨੇ ਪਿਤਾ ਬ੍ਰਾਹਮਣ ਸੀ, ਤਕੜਾ ਵਿਦਵਾਨ। ਤੇ ਪਿਤਾ ਨੇ ਇਹ ਸੋਚਿਆ ਕਿ ਸਾਡੇ ਘਰ ਪੁੱਤਰ ਹੋਇਆ, ਨਾ ਅਜਾਮਲ ਰੱਖਿਆ। ਵਿਦਵਾਨ ਸੀ ਤੇ ਰਾਜੇ ਦੇ ਨਾਲ ਬੜਾ ਪਿਆਰ ਸੀ, ਸੰਬੰਧ ਸੀ। ਘਰ ਵਿੱਚ ਰੱਖਿਆ ਹੋਇਆ ਰਾਜੇ ਨੇ ਹਰ ਗੱਲ ਅਜਾਮਲ ਦੇ ਪਿਓ ਤੋਂ, ਬ੍ਰਾਹਮਣ ਤੋਂ ਪੁੱਛ ਕੇ ਕਰਨੀ। ਬੜਾ ਮਾਨ ਸਤਿਕਾਰ ਸੀ ਪਰਿਵਾਰ ਵਿੱਚ। ਪਰਿਵਾਰ ਵਾਂਗੂ ਰਾਜੇ ਦੇ ਨਾਲ ਸੰਬੰਧ ਸਨ। ਆਉਣੀ ਜਾਣੀ ਚੰਗੀ ਸੀ, ਚੰਗਾ ਮਰਤਬਾ ਹਾਸਲ ਸੀ, ਸੋਹਣਾ ਘਰ ਬਣਿਆ ਹੋਇਆ ਸੀ।
ਤੇ ਮਨ ਵਿੱਚ ਸੋਚਦਾ ਜਿਸ ਤਰੀਕੇ ਸਿਰ ਮੈਂ ਜੁੜਿਆ ਮੇਰਾ ਪੁੱਤਰ ਅਜਾਮਲ ਵੀ ਇਦਾਂ ਹੀ ਜੁੜਿਆ ਰਵੇ। ਰਾਜੇ ਦਾ ਰਹਿਮੋ ਕਰਮ ਰਵੇ, ਰਾਜ ਪੁਰੋਹਿਤਾਂ ਚੰਗਾ ਮਾਨ ਸਤਿਕਾਰ ਵੀ ਮਿਲਦਾ, ਮੇਰੇ ਤੋਂ ਬਾਅਦ ਮੇਰਾ ਪੁੱਤਰ ਮੇਰੀ ਗੱਦੀ ਤੇ ਬੈਠੇ। ਇਸੇ ਤਰ੍ਹਾਂ ਇਹ ਪਿਆਰ ਸਤਿਕਾਰ ਜਿਹੜਾ ਮਿਲ ਰਿਹਾ ਤੇ ਮਿਲਦਾ ਰਵੇ। ਆਪਣੇ ਪੁੱਤਰ ਨੂੰ ਹੋਰ ਵਿਦਵਾਨ ਪੰਡਤ ਦੇ ਕੋਲ ਪੜ੍ਹਨੇ ਪਾਤਾ, ਆਪ ਵੀ ਪੜ੍ਹਾਉਂਦਾ ਰਿਹਾ, ਫਿਰ ਆਪਣੇ ਤੋਂ ਵੱਡੇ ਵਿਦਵਾਨ ਪੰਡਤ ਕੋਲ ਪੜ੍ਹਨੇ ਪਾਇਆ। ਬੇਟਾ ਰੋਜ਼ ਜਾਇਆ ਕਰ, ਪੜ੍ਹਿਆ ਕਰ, ਚੰਗਾ ਪੁਰੋਹਿਤ ਬਣ, ਚੰਗਾ ਗਿਆਨ ਹੋਏਗਾ, ਰਾਜਾ ਕਦਰ ਕਰੇਗਾ। ਇਦੂ ਸੋਹਣਾ ਹੋਰ ਕੋਈ ਕੰਮ ਨਹੀਂ। ਰਾਜੇ ਦੇ ਘਰ 'ਚ ਆਪਣਾ ਏਡਾ ਵੱਡਾ ਸਤਿਕਾਰ ਹੈ, ਮੈਂ ਚਾਹੁੰਦਾ ਮੇਰੇ ਤੋਂ ਬਾਅਦ ਰਾਜ ਪੁਰੋਹਿਤ ਤੂੰ ਬਣੇ। ਤੇ ਉਸ ਵੇਲੇ ਉਹ ਅਜਾਮਲ ਸੱਚਮੁੱਚ ਸੁਣਦਾ ਰਿਹਾ ਸਾਰਾ ਕੁਝ। ਸਮਾਂ ਲੰਘਦਾ ਗਿਆ, ਰੋਜ਼ ਕਥਾ ਸਿੱਖਣ ਵਾਸਤੇ ਜਾਇਆ ਕਰੇ, ਹਰ ਰੋਜ਼ ਬ੍ਰਾਹਮਣ ਕੋਲ ਜਾ ਕੇ ਗਿਆਨ ਪ੍ਰਾਪਤ ਕਰਿਆ ਕਰੇ। ਜਿਹੜਾ ਉਹਦਾ ਮੁਰਸ਼ਿਦ ਸੀ ਬ੍ਰਾਹਮਣ, ਉਹ ਸਿਖਾਇਆ ਰੋਜ਼ ਕਰੇ ਤੇ ਨਾਲ ਆਖਿਆ ਕਰੇ ਅਜਾਮਲ ਫਲਾਣੇ ਪਾਸੇ ਬਾਜ਼ਾਰ ਹੈ, ਉਸ ਬਾਜ਼ਾਰ ਵਿੱਚ ਦੀ ਨਹੀਂ ਕਦੇ ਆਉਣਾ, ਨਾ ਤੂੰ ਉਸ ਬਾਜ਼ਾਰ ਵਿੱਚ ਦੀ ਵਾਪਸ ਜਾਣਾ ਹੈ। ਬਾਹਰ ਵਾਰ ਜਿਹੜਾ ਰਾਹ ਹੈ ਉਸੇ ਰਸਤੇ ਆਇਆ ਕਰ, ਉਸੇ ਰਸਤੇ ਜਾਇਆ ਕਰ। ਰੋਜ਼ ਉਹਦੇ ਮੁਰਸ਼ਿਦ ਨੇ, ਉਹਦੇ ਗੁਰੂ ਨੇ, ਪੰਡਤ ਨੇ ਉਹਨੂੰ ਸਮਝਾਣਾ। ਸਤ ਬਚਨ ਜੀ ਉਦਾਂ ਹੀ ਕਿਹਾ ਕਰੇ, ਸਤ ਬਚਨ। ਰੋਜ਼ ਬਾਹਰ ਦੀ ਆਵੇ, ਬਾਹਰ ਦੀ ਜਾਵੇ। ਹੁਣ ਬਚਪਨਾ ਸੀ, ਇਕਾਗਰਤਾ ਬਣਾ ਕੇ ਰੱਖੋ। ਬਚਪਨਾ ਸੀ, ਹੌਲੀ ਹੌਲੀ ਜਵਾਨ ਹੋ ਗਿਆ। ਜਦੋਂ ਬੰਦਾ ਜਵਾਨ ਹੋ ਜਾਂਦਾ ਹੈ, ਜਵਾਨੀ ਦੇ ਨਸ਼ੇ ਵਿੱਚ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ, ਸੋਚਣ ਸ਼ਕਤੀ ਬਹੁਤ ਘਟ ਜਾਂਦੀ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੋਲੇ ਉੱਬੇ ਸਾਹਾ, ਦਸਵੇਂ ਦੱਦਾ ਹੋਆ ਸੁਆਹਾ। ਗਏ ਸੰਗੀਤ ਪੁਕਾਰੀ ਤਾਹਾ, ਉੱਡਿਆ ਹੰਸ ਦਸਾਏ ਰਾਹਾ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਬੱਚਾ ਛੋਟਾ ਹੁੰਦਾ, ਉਹਦਾ ਸਿਰਫ ਆਪਣੀ ਮਾਂ ਦੇ ਦੁੱਧ ਨਾਲ ਪਿਆਰ ਹੁੰਦਾ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੂਜੀ ਅਵਸਥਾ ਆਉਂਦੀ ਏ, ਮਾਤਾ ਪਿਤਾ ਦਾ ਪਤਾ ਲੱਗ ਜਾਂਦਾ, ਆ ਮੇਰੀ ਮਾਂ, ਆ ਮੇਰਾ ਪਿਤਾ। ਤੀਜੇ ਭਇਆ ਭਾਬੀ ਬੇਬ, ਤੀਜੀ ਅਵਸਥਾ ਆਉਂਦੀ ਹੈ, ਭੈਣ ਭਰਾਵਾਂ ਦਾ ਪਤਾ ਲੱਗਣ ਲੱਗ ਜਾਂਦਾ। ਚੌਥੇ ਪਿਆਰ ਪੰਨੀ ਖੇਡ, ਫਿਰ ਚੌਥੀ ਅਵਸਥਾ ਜਦੋਂ ਖੇਡ ਨਾਲ ਹੀ ਪਿਆਰ ਕਰਦਾ ਬੱਚਾ, ਖੇਡਣਾ ਚੰਗਾ ਲੱਗਦਾ। ਪੰਜਵੇਂ ਖਾਣ ਪੀਣ ਕੀ ਧਾਤ, ਪੰਜਵੀਂ ਅਵਸਥਾ ਆਉਂਦੀ ਹੈ, ਖਾਣ ਪੀਣ ਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਬੱਚਾ ਛੋਟਾ ਹੁੰਦਾ, ਉਹਦਾ ਸਿਰਫ ਆਪਣੀ ਮਾਂ ਦੇ ਦੁੱਧ ਨਾਲ ਪਿਆਰ ਹੁੰਦਾ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੂਜੀ ਅਵਸਥਾ ਆਉਂਦੀ ਏ, ਮਾਤਾ ਪਿਤਾ ਦਾ ਪਤਾ ਲੱਗ ਜਾਂਦਾ, ਆ ਮੇਰੀ ਮਾਂ, ਆ ਮੇਰਾ ਪਿਤਾ। ਤੀਜੇ ਭਇਆ ਭਾਬੀ ਬੇਬ, ਤੀਜੀ ਅਵਸਥਾ ਆਉਂਦੀ ਹੈ, ਭੈਣ ਭਰਾਵਾਂ ਦਾ ਪਤਾ ਲੱਗਣ ਲੱਗ ਜਾਂਦਾ। ਚੌਥੇ ਪਿਆਰ ਪੰਨੀ ਖੇਡ, ਫਿਰ ਚੌਥੀ ਅਵਸਥਾ ਜਦੋਂ ਖੇਡ ਨਾਲ ਹੀ ਪਿਆਰ ਕਰਦਾ ਬੱਚਾ, ਖੇਡਣਾ ਚੰਗਾ ਲੱਗਦਾ। ਪੰਜਵੇਂ ਖਾਣ ਪੀਣ ਕੀ ਧਾਤ, ਪੰਜਵੀਂ ਅਵਸਥਾ ਆਉਂਦੀ ਹੈ, ਖਾਣ ਪੀਣ ਦਾ ਬੜਾ ਖਿਆਲ ਹੁੰਦਾ ਹੈ। ਇਹ 15 ਸਾਲ ਦੀ ਉਮਰ ਹੁੰਦੀ ਹੈ। ਫਿਰ ਛੇਵੇਂ ਕਾਮ ਨਾ ਪੁੱਛੈ ਜਾਤ, ਛੇਵੀਂ ਅਵਸਥਾ ਵਿੱਚ ਕਾਮ ਸਵਾਰ ਹੋ ਜਾਂਦਾ ਸਿਰ ਉੱਤੇ। ਫਿਰ ਨਹੀਂ ਪਤਾ ਲੱਗਦਾ ਆਪਣੇ ਬਗਾਨੇ ਦਾ, ਉਥੇ ਮਾਤਾ ਪਿਤਾ ਦੀ ਸਮਝ ਨਹੀਂ ਪੈਂਦੀ ਜਿਨ੍ਹਾਂ ਨੇ ਜੰਮਿਆ ਹੈ। ਰੱਬ ਵਾਲੇ ਪਾਸੇ ਖਿਆਲ ਕਿੱਥੋਂ ਹੋ ਜਾਏਗਾ, ਕੋਈ ਹੁੰਦਾ ਹੈ ਜਿਹੜਾ ਇਹਨਾਂ ਤੋਂ ਬਚਿਆ ਹੋਇਆ ਹੈ। ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਕਹਿੰਦੇ ਫਿਰ ਘਰ ਵਾਲੇ ਵਿਆਹ ਕਰ ਦਿੰਦੇ ਨੇ। ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਫਿਰ ਕਮਾਈ ਦਾ ਸਾਧਨ ਨਹੀਂ ਹੁੰਦਾ ਕੋਈ ਬਹੁਤਾ। ਫਿਰ ਵਿਆਹ ਹੋਣ ਤੋਂ ਬਾਅਦ ਬੱਚੇ ਹੋ ਗਏ, ਫਿਰ ਗੁੱਸਾ ਚੜਦਾ ਰਹਿੰਦਾ ਹੈ। ਫਿਰ ਕਹਿੰਦੇ ਨੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਫਿਰ ਸਰੀਰ ਨਾਸ ਹੋਣਾ ਸ਼ੁਰੂ ਹੋ ਜਾਂਦਾ।
ਨਾਵੇਂ ਧੌਲੇ ਉੱਬੇ ਸਾਹ, ਨੌਵੀਂ ਅਵਸਥਾ ਧੌਲੇ ਆ ਜਾਂਦੇ ਨੇ, 10ਵੇਂ ਦੱਦਾ ਹੋਆ ਸਵਾਹਾ। ਬਸ ਇੱਥੇ ਨਿਬੜ ਜਾਂਦਾ ਕੰਮ। 3 ਅਵਸਥਾਵਾਂ ਵੀ ਮੰਨਿਆ ਨੇ, ਬਾਲ ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤੇ ਆਪਾਂ ਬੜੀ ਵਾਰੀ ਅਰਜ਼ ਕੀਤੀ ਹੈ, ਜਦੋਂ ਵਰੇ ਹੋਏ 10 ਕਦੀ ਰੋ ਕਦੀ ਹੱਸ, ਬੱਚਾ ਰੋਂਦਾ ਹੈ ਕਦੇ ਹੱਸਦਾ ਹੈ, ਇਹ ਤੇ ਇਦਾਂ ਹੀ ਲੱਗ ਜਾਂਦਾ ਬਚਪਨ। 10 ਬਾਲ ਤਨ 20 ਸ਼ਰਵਣ, 30 ਕਾ ਸੁੰਦਰ ਕਹਾਵੇ, 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੇ। 70 ਕਾ ਮਤਹੀਨ, 80 ਕਾ ਵਿਵਹਾਰ ਨ ਪਾਵੇ, 90 ਕਾ ਸਹਜਾਸਣੀ ਮੂਲ ਨ ਜਾਣੈ, ਅਪਬਲ ਢੰਡੋਲਮ ਢੁੰਡਮ ਡਿਠ ਮੈਂ, ਨਾਨਕ ਜਗ ਤੂਏ ਕਾ ਤਵਲ ਹਰ। ਇਹ ਵੀ ਅਵਸਥਾਵਾਂ ਹਨ ਸਰੀਰ ਦੀਆਂ। ਪਹਿਲੀ 10 ਬਾਲ ਤਨ ਬਚਪਨ ਚ ਲੰਘਦੀ, 20 ਸ਼ਰਵਣ, 30 ਕਾ ਸੁੰਦਰ ਕਹਾਵੇ, 10 ਸਾਲ 20 ਤੱਕ ਖਾਣਾ ਖੇਡਣਾ ਸੌਣਾ ਇਹੀ ਕੁਝ ਚੰਗਾ ਲੱਗਦਾ ਹੈ। ਰਵਣ ਅਵਸਥਾ 30 ਕਾ ਸੁੰਦਰ ਕਹਾਵੇ, 30 ਸਾਲ ਦਾ ਜਵਾਨ, 40 ਪੁਰ ਹੋਏ, 40 ਦਾ ਪੂਰਾ ਹੋ ਜਾਂਦਾ। ਸਰੀਰਕ ਤਾਕਤ ਨਹੀਂ ਫਿਰ ਵੱਧਦੀ, ਉਹਦਾ ਮੋਟਾਪਾ ਭਾਵੇਂ ਹੋ ਜਾ, ਬੰਦਾ ਵੱਧਦਾ 40 ਸਾਲ ਤੱਕ ਹੀ ਹੈ, 40 ਸਾਲ ਤੋਂ ਬਾਅਦ ਨਹੀਂ। 85 ਪਗ ਖਿੱਸਾ, 50 ਸਾਲ ਦਾ ਹੋ ਗਿਆ ਫਿਰ ਪਿੱਛੇ ਆਉਣਾ ਸ਼ੁਰੂ ਹੋ ਜਾਂਦਾ ਬੈਕ। 60 ਕੇ ਬੁਢੇਪਾ ਆਵੇ। ਜਦੋਂ 60 ਸਾਲ ਦਾ ਹੋ ਗਿਆ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਬੁਢੇਪਾ ਆ ਗਿਆ, ਫਿਰ ਬਜ਼ੁਰਗੀ ਆ ਗਈ। 60 ਸਾਲ ਦਾ ਹੋ ਗਿਆ ਬੁਢੇਪਾ ਆ ਗਿਆ। ਬੜੇ ਲੁਕਾਉਂਦੇ ਵੀ ਨੇ, ਦਾੜੀ ਚਿੱਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਕਾਲੀ ਕਰ ਲੈਂਦੇ ਨੇ। ਪਰ ਮੈਂ ਬੜੀ ਵਾਰ ਅਰਜ਼ ਕੀਤੀ ਹੈ, ਪਰਮੇਸ਼ਰ ਨਾਲੋਂ ਅਸੀਂ ਸਿਆਣੇ ਨਹੀਂ। ਜਿਵੇਂ ਲੋਕ ਮੈਚਿੰਗ ਕਰਕੇ ਪੱਗ ਬੰਨ੍ਹਦੇ ਨੇ ਨਾ, ਵੀ ਮੈਂ ਪੈਂਟ ਇਦਾਂ ਦੀ ਪਾਈ ਹੈ ਤੇ ਪੱਗ ਇਹਦੇ ਨਾਲ ਇਦਾਂ ਦੀ ਫੱਬੇਗੀ, ਬਿਲਕੁਲ ਇਸੇ ਤਰ੍ਹਾਂ ਰੱਬ ਨੂੰ ਪਤਾ ਹੈ ਵੀ ਤੂੰ ਫੱਬਦਾ ਕਿੱਦਾਂ ਹੈ। ਜਦੋਂ ਚਮੜੀ ਤੇਰੀ ਕਾਲੇ ਵਾਲਾਂ ਨਾਲ ਫੱਬਦੀ ਸੀ ਉਦੋਂ ਉਹਨੇ ਕਾਲੇ ਵਾਲ ਦਿੱਤੇ, ਜਦੋਂ ਲੋੜ ਨਹੀਂ ਸੀ ਉਦੋਂ ਨਹੀਂ ਦਿੱਤੇ। ਫਿਰ ਜਦੋਂ ਵੇਖ ਲਿਆ ਵੀ ਚਮੜੀ ਜਿਹੜੀ ਹੈ ਹੁਣ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਇਹ ਸਚਾਈ ਹੈ ਵੀ ਝੁਰੜੀਆਂ ਭਰਿਆ ਚਿਹਰਾ ਜਿਹੜਾ ਹੈ ਉਹ ਚਿੱਟੀ ਦਾੜੀ ਨਾਲ ਫੱਬਣ ਲੱਗ ਪੈਂਦਾ, ਉਹਦੇ ਨਾਲ ਫੱਬ ਬਣ ਜਾਂਦੀ ਹੈ। ਅਸੀਂ ਕਹਿੰਦੇ ਆ ਨਹੀਂ ਅਸੀਂ ਤੇਰੇ ਤੋਂ ਜ਼ਿਆਦਾ ਸਿਆਣੇ ਆ, ਰੱਬ ਨੂੰ ਕੀ ਪਤਾ ਪਹਿਲਾਂ ਹੀ ਦਾੜੀ ਚਿੱਟੀ ਕਰ ਦਿੱਤੀ ਮੇਰੀ। ਦੇਖੋ ਜਰਾ, ਪੱਤਾ ਜਿਹੜਾ ਹੈ ਨਾ ਉਹ ਪਹਿਲਾਂ ਹਰਾ ਹੁੰਦਾ ਹੈ ਤੇ ਟੁੱਟਣ ਤੋਂ ਪਹਿਲਾਂ ਪੀਲਾ ਹੋ ਜਾਂਦਾ। ਹਰੇਕ ਪੱਤਾ ਪਹਿਲਾਂ ਟੁੱਟਣ ਤੋਂ ਪੀਲਾ ਹੋ ਜਾਏਗਾ ਫਿਰ ਟੁੱਟੇਗਾ ਨਾ। ਇਹ ਪਰਮੇਸ਼ਰ ਦੀ ਨੀਤ ਹੀ ਇਦਾਂ ਦੀ ਹੈ। ਤੇ ਜੇ ਕੋਈ ਬੰਦਾ ਹਰਾ ਰੰਗ ਲੈ ਕੇ ਪੱਤੇ ਤੇ ਕਰ ਦੇਵੇ ਤੇ ਉਹਨੂੰ ਟੁੱਟਣੋਂ ਥੋੜਾ ਬਚਾ ਲੋਗੇ ਤੁਸੀਂ, ਟੁੱਟੇਗਾ ਤੇ ਜ਼ਰੂਰ, ਟੁੱਟਣੋਂ ਤਾਂ ਨਹੀਂ ਬਚ ਸਕਦਾ। ਰੰਗ ਕਰ ਦਿਓ ਤੇ ਬੁਰਸ਼ੀ ਲੈ ਕੇ ਵੀ ਉਹ ਹਰਾ ਰਵੇ, ਰੰਗ ਜਿੰਨਾ ਮਰਜ਼ੀ ਕਰ ਲਓ, ਮੌਤ ਤੋਂ ਆਪਾਂ ਬਚ ਨਹੀਂ ਸਕਦੇ। ਸਗੋਂ ਚਿੱਟਾ ਦਾੜਾ ਵੇਖ ਕੇ ਮੌਤ ਯਾਦ ਰਹਿੰਦੀ ਹੈ ਵੀ ਤਿਆਰੀ ਕਰ ਲੈ, ਸੁਨੇਹਾ ਹੈ ਰੱਬ ਦਾ, ਦਾੜੀ ਚਿੱਟੀ ਹੋ ਰਹੀ। ਇਸ ਕਰਕੇ ਅਸੀਂ ਉਹਦੇ ਨਾਲੋਂ ਸਿਆਣੇ ਨਹੀਂ। ਕੋਸ਼ਿਸ਼ ਕਰਿਆ ਕਰੋ ਗੁਰਮੁਖੋ ਇਹਦਾ ਖਹਿੜਾ ਛੱਡੋ। ਕੇਸ ਜਿੱਥੇ ਕੱਟਣੇ ਨਹੀਂ ਉੱਥੇ ਮਰਿਆਦਾ 'ਚ ਲਿਖਿਆ ਕੇਸ ਰੰਗਣੇ ਵੀ ਨਹੀਂ, ਇਹ ਵੀ ਹੁਕਮ ਹੈ। ਇਸ ਕਰਕੇ ਸਤਿਗੁਰੂ ਦੇ ਅਕਾਲ ਪੁਰਖ ਨੇ ਜਿੱਦਾਂ ਦਾ ਬਣਾਇਆ ਉਸੇ ਵਿੱਚ ਰਜਾ ਵਿੱਚ ਰਹਿਣਾ ਹੈ। ਅਸੀਂ ਉਹਦੇ ਨਾਲੋਂ ਸਿਆਣੇ ਨਹੀਂ। 30 ਕਾ ਸੁੰਦਰ ਕਹਾਵੇ, 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੇ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 70 ਸਾਲ ਦਾ ਹੋਵੇ ਭਾਵੇਂ ਸਿਆਣਾ ਹੀ, ਪਰ ਮਤਹੀਣ ਸਮਝਣ ਲੱਗ ਪੈਂਦੇ ਨੇ ਬੱਚੇ, ਜਿੱਦੀ ਵੀ ਹੋ ਜਾਂਦਾ ਹੈ। ਜਦੋਂ 70 ਸਾਲ ਦਾ ਹੋ ਜਾਂਦਾ ਨਾ ਬੰਦਾ, ਉਹ ਬੱਚਿਆਂ ਵਾਂਗੂ ਲੱਗ ਜਾਂਦਾ ਕਰਨ। ਕੋਈ ਬਜ਼ੁਰਗ ਗੁੱਸਾ ਨਾ ਕਰੇ ਵੀ ਐਦਾਂ ਕਿਵੇਂ ਮਤਹੀਣ ਹੋ ਜਾਂਦਾ ਹੈ। ਆਪ ਨੂੰ ਤੇ ਬੰਦਾ ਸਿਆਣਾ ਹੀ ਸਮਝਦਾ, ਭਾਵੇਂ ਜਿੱਦਾਂ ਮਰਜ਼ੀ ਹੋਵੇ। ਆਪਣੇ ਆਪ ਨੂੰ ਸਮਝਦੇ ਨਹੀਂ ਵੀ ਮੈਂ ਮਤਹੀਣ ਹੋ ਗਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੱਚਾ ਜਿਵੇਂ ਜਿੱਦ ਕਰਦਾ ਹੈ, ਜਿਉਂ-ਜਿਉਂ ਬਜ਼ੁਰਗੀ ਆਉਂਦੀ ਹੈ ਬੱਚਿਆਂ ਵਾਲੀ ਆਦਤ ਬਣ ਜਾਂਦੀ ਹੈ, ਬੱਚਿਆਂ ਵਾਂਗੂ। ਤੁਸੀਂ ਬਜ਼ੁਰਗ ਨੂੰ ਵੇਖੋਗੇ ਕਈ ਵਾਰੀ ਉੱਠੇਗਾ, ਕਈ ਵਾਰੀ ਸੌਵੇਗਾ। ਬੱਚਿਆਂ ਵਾਂਗੂ ਕਈ ਵਾਰੀ ਭੁੱਖ ਲੱਗਦੀ ਹੈ ਬਜ਼ੁਰਗ ਨੂੰ, ਕਿਉਂਕਿ ਜਿਵੇਂ ਜਿਵੇਂ ਬਜ਼ੁਰਗੀ ਆਉਂਦੀ ਹੈ ਉਵੇਂ ਉਵੇਂ ਫਿਰ ਬਚਪਨ ਵਾਪਸ ਆ ਜਾਂਦਾ, ਬੱਚਿਆਂ ਵਾਲਾ ਹਿਸਾਬ ਬਣ ਜਾਂਦਾ। 70 ਕਾ ਮਤਹੀਣ ਹੋਵੇ ਭਾਵੇਂ ਸਿਆਣਾ ਹੀ, ਫਿਰ ਬੱਚੇ ਉਹਨਾਂ ਦੀ ਸਲਾਹ ਲੈਣੀ ਚੰਗੀ ਨਹੀਂ ਸਮਝਦੇ। 80 ਕਾ ਵਿਵਹਾਰ ਨਾ ਪਾਵੇ, 80 ਸਾਲਾਂ ਦਾ ਫਿਰ ਕੰਮ ਨਹੀਂ ਕਰ ਸਕਦਾ। 90 ਕਾ ਸਹਜਾਸਣੀ ਮੂਲ ਨਾ ਜਾਣਾ, ਅਪਬਲ 90 ਦਾ ਬਸ ਫਿਰ ਆਸਣ ਹੀ ਚਾਹੀਦਾ, ਕੰਮਕਾਰ ਨਹੀਂ ਹੁੰਦਾ। ਇਸ ਕਰਕੇ ਅਵਸਥਾਵਾਂ ਨੇ ਜਦੋਂ ਵਰੇ ਹੋਏ 10 ਕਦੀ ਰੋ ਕਦੀ ਹੱਸ, ਜਦੋਂ ਵਰੇ ਹੋਏ 20 ਕਹਿੰਦਾ ਚੜਿਆ ਜੋਬਨ ਕੀ, ਜਦੋਂ ਵਰੇ ਹੋਏ 30 ਮਾਂ ਪਿਓ ਨੇ ਸ਼ਾਦੀ ਕਰ ਦਿੱਤੀ, ਹੋ ਗਏ 2-4 ਜੀ, ਜਦੋਂ ਵਰੇ ਹੋਏ 40
ਮੋਢਿਆਂ ਤੇ ਧਰ ਦਿੱਤੀ ਪਰਿਵਾਰ ਨੇ ਜ਼ਿੰਮੇਵਾਰੀ ਦੀ ਪੰਜਾਲੀ। ਜਦੋਂ ਵਰੇ ਹੋਏ 50 ਬੱਚੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ। ਜਦੋਂ ਵਰੇ ਹੋਏ 60 ਪੁੱਤ ਪੋਤਰਿਆਂ ਦਾ ਦੋਤਰਿਆਂ ਦਾ ਹੋਣ ਲੱਗ ਪਿਆ ਇਕੱਠ। ਜਦੋਂ ਵਰੇ ਹੋਏ 70 ਬਾਬੇ ਦਾ ਖੋਟਾ ਪਿਆ 69। ਜਦੋਂ ਵਰੇ ਹੋਏ 80 ਮੰਗਦਾ ਦੁੱਧ ਮਿਲਦੀ ਨਹੀਂ ਲੱਸੀ। ਜਦੋਂ ਵਰੇ ਹੋਏ 90 ਦੰਦ ਟੁੱਟ ਜਾਂਦੇ ਨੇ ਬਾਬੇ ਦੇ ਮੂੰਹੋਂ ਗੱਲ ਇੱਕ ਨਾ ਫੱਬੇ। ਜਦੋਂ ਵਰਾ ਹੋਇਆ 100 ਸਾਰਾ ਟੱਬਰ ਹੱਥ ਜੋੜਦਾ ਬੁੜਿਆ ਹੁਣ ਤੇ ਮਗਰੋਂ ਲਓ। ਬਸ ਆਹ ਹਿਸਾਬ ਕਿਤਾਬ ਹੈ। ਇਹ ਸਚਾਈ ਹੈ। ਬੜੀ ਵਾਰ ਅਰਜ਼ ਕੀਤੀ ਹੈ ਇਹ ਸਚਾਈ ਹੈ। ਸਾਡਾ ਬੁੱਢਾ ਹੈ ਜੀ ਬਾਪੂ ਹੈ ਜੀ ਅਰਦਾਸ ਕਰੋ ਇੱਧਰ ਹੋ ਜਾਏ ਜਾਂ ਉੱਧਰ ਹੋ ਜਾਏ। ਪਰ ਉਹ ਤੇ ਉੱਧਰ ਕਹਿਣਾ ਪੈਂਦਾ ਇੱਧਰ ਹੋ ਜਾਏ। ਸਾਂਭਣ ਨੂੰ ਕੋਈ ਰਾਜੀ ਨਹੀਂ ਉੱਧਰ ਹੀ ਜਾਏ। ਹੁਣ ਕੌਣ ਜਿਨ ਉਹਨਾਂ ਚਿਰ ਹੀ ਭੱਜ ਨੱਠ ਕਰ ਸਕਨੇ। ਜਿੰਨਾ ਚਿਰ ਕਮਾਉਂਦਾ ਹੈ ਉਹਨਾਂ ਚਿਰ ਚੰਗਾ। ਜਦੋਂ ਬਜ਼ੁਰਗਾਂ ਨੂੰ ਸਾਂਭਣਾ ਪੈਂਦਾ ਫੇਰ ਪਤਾ ਲੱਗਦਾ। ਘਰ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਨੇ ਮਾਂ ਪੁੱਛਦੀ ਹੈ ਕਿਹਦੇ ਘਰ ਸੰਦੂਕ ਰੱਖਾਂ ਉਹਦੇ ਵਾਸਤੇ ਕੋਈ ਥਾਂ ਨਹੀਂ ਕਰਾਂ। ਆਹ ਹਾਲ ਹੈ। ਇਸ ਕਰਕੇ ਮੈਂ ਤੇ ਅਰਜ਼ ਹਮੇਸ਼ਾ ਕੀਤੀ ਹੈ ਕਿ ਜਿੱਦਣ ਤੂੰ ਜੰਮਿਆ ਹੈ ਮਾਂ ਤੇ ਪਿਓ ਤੇਰੇ ਕੋਲ ਸਨ। ਜਿੱਦਣ ਤੂੰ ਪਹਿਲਾ ਸਾਹ ਲਿਆ ਹੈ ਧਰਤੀ ਤੇ ਆ ਕੇ ਤੇਰੀ ਮਾਂ ਕੋਲ ਸੀ ਤੇਰਾ ਪਿਓ ਕੋਲ ਸੀ। ਕੋਸ਼ਿਸ਼ ਕਰ ਜਿੱਥੇ ਮਰਜ਼ੀ ਹੋਵੇ ਜਿੱਦਣ ਮਾਂ ਦਾ ਜਾਂ ਪਿਓ ਦਾ ਆਖਰੀ ਸਾਹ ਹੋਵੇ ਤੂੰ ਕੋਲ ਹੋਣਾ ਚਾਹੀਦਾ। ਸਾਡਾ ਫਰਜ਼ ਬਣਦਾ ਜਿੱਥੇ ਮਰਜ਼ੀ ਹੋਈਏ। ਤੇ ਸੰਗਤ ਜੀ ਇਸੇ ਤਰ੍ਹਾਂ ਮਾਂ ਪਿਓ ਮਾਂ ਖੁਦ ਗਿੱਲੇ ਥਾਂ ਤੇ ਪੈਂਦੀ ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ। ਫਿਰ ਕੱਪੜਾ ਗਿੱਲਾ ਕਰਦੇ ਫਿਰ ਹੋਰ ਥਾਂ ਤੇ ਬੱਚੇ ਨੂੰ ਸੁੱਕੇ ਥਾਂ ਫਿਰ ਕੱਪੜਾ ਗਿੱਲਾ ਕਰਦੇ ਢਿੱਡ ਤੇ ਪਾ ਲੈਂਦੀ ਆਪ ਗਿੱਲੇ ਥਾਂ ਤੇ ਪੈਂਦੀ। ਜ਼ਿੰਦਗੀ 'ਚ ਕੋਈ ਐਸਾ ਕੰਮ ਨਾ ਕਰੋ। ਬਚਪਨ ਵਿੱਚ ਤੇ ਮਾਵਾਂ ਗਿੱਲਿਆਂ ਥਾਵਾਂ ਤੇ ਪਈਆਂ ਨੇ। ਐਸਾ ਕੋਈ ਕੰਮ ਨਾ ਕਰਤੂਤ ਕਰੋ ਜ਼ਿੰਦਗੀ 'ਚ ਕਿ ਉਹਨਾਂ ਨੂੰ ਤੁਹਾਡੇ ਪਿੱਛੇ ਅੱਖਾਂ ਗਿੱਲੀਆਂ ਕਰਨੀਆਂ ਪੈਣ। ਬੁੱਢੇ ਵਾਰੇ ਜਾ ਬੁੱਢੇ ਵਾਰੇ ਰੋਣਾ ਪਵੇ ਮਾਂ ਪਿਓ। ਤੇ ਵੇਖਦੇ ਅੱਜ ਕੱਲ ਬਜ਼ੁਰਗ ਰੋਂਦੇ ਨੇ ਬੱਚਿਆਂ ਦੇ ਹਾਲ ਵੇਖ ਕੇ। ਬੱਚਿਆਂ ਦੇ ਕਰਮ ਇਦਾਂ ਦੇ ਨੇ ਬਜ਼ੁਰਗ ਰੋਂਦੇ ਨੇ। ਉਹ ਆਪਣੇ ਕਰਕੇ ਨਹੀਂ ਰੋਂਦੇ ਅਸੀਂ ਬਿਮਾਰ ਆ ਅਸੀਂ ਦੁਖੀ ਆ। ਬੱਚਿਆਂ ਦੀਆਂ ਕਰਤੂਤਾਂ ਕਈ ਵਾਰੀ ਮਾਂ ਪਿਓ ਨੂੰ ਰਵਾਉਂਦੀਆਂ ਨੇ। ਐਸਾ ਕੁਛ ਨਾ ਕਰੋ ਕਿ ਮਾਂ ਪਿਓ ਨੂੰ ਸਾਡੇ ਕਰਕੇ ਰੋਣਾ ਪਵੇ। ਸੋ ਸਾਧ ਸੰਗਤ ਸਾਰਿਆਂ ਪ੍ਰਤੀ ਸਾਡੇ ਫਰਜ਼ ਨੇ ਨਿਭਾਉਂਦੇ ਜਾਣਾ ਹੈ। ਮਾਂ ਪ੍ਰਤੀ ਫਰਜ਼ ਹੈ ਪਿਓ ਪ੍ਰਤੀ ਫਰਜ਼ ਹੈ ਘਰ ਵਾਲੀ ਪ੍ਰਤੀ ਫਰਜ਼ ਹੈ। ਸਭ ਨਾਲੋਂ ਜ਼ਰੂਰੀ ਸਾਡਾ ਸਾਡੇ ਗੁਰੂ ਪ੍ਰਤੀ ਫਰਜ਼ ਹੈ। ਤੇ ਕਲਗੀਧਰ ਸੱਚੇ ਪਾਤਸ਼ਾਹ ਪ੍ਰਤੀ ਵੀ ਫਰਜ਼ ਹੈ। ਉਹਦੇ ਵਾਸਤੇ ਤੇ ਖਾਸ ਸੁਚੇਤ ਹੋਣਾ ਹੈ। ਜਿਹੜਾ ਚੰਗਾ ਸਿੱਖ ਬਣੇਗਾ ਚੰਗਾ ਪਤੀ ਵੀ ਬਣੇਗਾ ਚੰਗਾ ਪੁੱਤਰ ਵੀ ਬਣੇਗਾ ਚੰਗਾ ਪਿਤਾ ਵੀ ਬਣੇਗਾ। ਸਭ ਨਾਲੋਂ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖਿਆ ਉੱਤੇ ਚੱਲੀਏ। ਤੇ ਅਸੀਂ ਗੱਲ ਮਾਂ ਪਿਓ ਦੇ ਰੋਣ ਦੀ ਕਰਨੇ ਆ। ਮੈਂ ਤੇ ਇੱਥੋਂ ਤੱਕ ਵੀ ਕਈ ਵਾਰੀ ਕਹਿਣਾ ਵੇਖੋ ਕਲਗੀਧਰ ਸਾਡੇ ਤੋਂ ਕਿਤੇ ਦੂਰ ਤੇ ਹੈ ਨਹੀਂ। ਵੇਖਦੇ ਨੇ ਸਾਨੂੰ ਹਰ ਵੇਲੇ ਹਮੇਸ਼ਾ ਆਪਣੇ ਖਾਲਸੇ ਦੇ ਅੰਗ ਸੰਗ ਨੇ। ਤੇ ਮੈਂ ਤੇ ਇੱਥੋਂ ਤੱਕ ਵੀ ਕਹਿਣਾ ਕਿ ਗੁਰਮਖੋ ਕਲਗੀਧਰ ਸੱਚੇ ਪਾਤਸ਼ਾਹ ਨੇ ਇੱਕ ਵੀ ਨਾ ਹੰਝੂ ਘੇਰਿਆ। ਇਹ ਸਚਾਈ ਆ। ਆਪਣੇ ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਇੱਕ ਅਥਰੂ ਨਹੀਂ ਆਇਆ। ਤੇ ਕਲਗੀਧਰ ਹਮੇਸ਼ਾ ਕਹਿੰਦੇ ਸੀ ਮੈਂ ਇਹਨਾਂ ਦੇ ਵਿੱਚੋਂ ਆਪਣੇ ਅਜੀਤ ਸਿੰਘ ਨੂੰ ਵੇਖਾਂਗਾ। ਮੈਂ ਇਹਨਾਂ ਚੋਂ ਜੁਝਾਰ ਸਿੰਘ ਨੂੰ ਵੇਖਾਂਗਾ। ਕਲਗੀਧਰ ਨੇ ਆਖਣਾ ਮੈਂ ਇਹਨਾਂ ਦੇ ਬੱਚਿਆਂ ਚੋਂ ਫਤਿਹ ਸਿੰਘ ਨੂੰ ਵੇਖ ਲਿਆ ਕਰਾਂਗਾ। ਇਹਨਾਂ ਮਾਵਾਂ ਚੋਂ ਆਪਣੀ ਮਾਂ ਮੈਂ ਵੇਖਾਂਗਾ ਵੀ ਇਹਨਾਂ ਲਈ ਇੰਨਾ ਕੁਝ ਕੀਤਾ ਸੀ। ਮੈਂ ਇਹਨਾਂ ਲਈ ਆਪਣੇ ਪੁੱਤਰ ਕੁਰਬਾਨ ਕੀਤੇ ਸੀ। ਅੱਜ ਇਹ ਬੱਚੇ ਆਪਣੇ ਨੂੰ ਨਾਈ ਦੀ ਦੁਕਾਨ ਤੇ ਲਈ ਜਾਂਦਾ ਐਕਟਰ ਵਰਗਾ ਲੱਗੇ। ਮੈਂ ਤੇ ਕਿਹਾ ਸੀ ਕਿ ਮੈਂ ਫਤਿਹ ਸਿੰਘ ਤੁਹਾਡੇ ਬੱਚਿਆਂ ਚੋਂ ਵੇਖਾਂਗਾ। ਮੈਨੂੰ ਫਤਿਹ ਸਿੰਘ ਤੇ ਇਹਨਾਂ ਚੋਂ ਦਿਸਣਾ ਸੀ। ਪਰ ਇਹ ਕਿਹੜੇ ਪਾਸੇ ਤੁਰੇ ਹੋਏ ਆ। ਤੇ ਗੁਰਮੁਖੋ ਇਸ ਗੱਲ ਦਾ ਜ਼ਰੂਰ ਖਿਆਲ ਰੱਖੀਏ ਕਿ ਧਰਮ ਪ੍ਰਤੀ ਸਾਡਾ ਜਿਹੜਾ ਫਰਜ਼ ਹੈ ਉਹਨੂੰ ਨਹੀਂ ਭੁੱਲਣਾ। ਜੋ ਮਰਜ਼ੀ ਭੁੱਲੀਏ ਪਰ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰ ਨਾ ਭੁੱਲੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਕਿੰਨਾ ਪਿਆਰ ਕੀਤਾ ਉਹ ਨਾ ਭੁੱਲੀਏ। ਮੈਂ ਪਿਛਲੀ ਸੰਗਰਾਂਦ ਤੇ ਧਾਰਨਾ ਪੜ੍ਹੀ ਸੀ ਬਾਜਾਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰੀ ਦੁਨੀਆ ਤੋਂ ਵੱਖਰਾ ਪਿਆਰ। ਬਾਜਾਂ ਵਾਲੇ ਸਤਿਗੁਰਾਂ ਦਾ ਸਾਰੀ ਦੁਨੀਆ ਤੋਂ ਵੱਖਰਾ। ਕੋਈ ਪੀਰ ਪੈਗੰਬਰ ਔਲੀਆ ਅਵਤਾਰ ਐਸਾ ਨਹੀਂ ਹੋਇਆ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਉਮਤ ਨੂੰ ਪਿਆਰ ਕੀਤਾ। ਸਤਿਗੁਰੂ ਜੀ ਕੁਛ ਤੇ ਰੱਖਦੇ ਮਹਾਰਾਜ ਕਹਿੰਦੇ ਮੈਂ ਸਾਰਾ ਕੁਝ ਰਾਜ ਭਾਗ ਤੇ ਦੌਲਤਾਂ ਸਾਰੀਆਂ ਰੱਖਿਆ ਹੀ ਕੁਝ ਨਹੀਂ। ਖਾਲਸੇ ਨੂੰ ਦੇ ਛੱਡੀਆਂ ਰਾਜ ਭਾਗ ਤੇ ਦੌਲਤਾਂ ਸਾਰੀਆਂ ਮੈਂ ਖਾਲਸੇ ਨੂੰ ਦੇ ਛੱਡੀਆਂ ਰਾਜ ਭਾਗ ਤੇ ਦੌਲਤਾਂ ਸਾਰੀਆਂ ਖਾਲਸੇ ਨੂੰ ਦੇ
भाल से दे छटिया भाल भाल दे दौलता सारिया भाल से दे छटिया भाल भाल दे दौलता सारिया भाल से दे छटिया राज भाग दे दौलता सारिया भाल से दे छटिया राज भाग दे दौलता सारिया भाल से दे छटिया। कितनी वड्डी किरपा सतगुरु ने साडे उत्ते कीती पर भुल गए जग छड्ड तैनू किसे अपना बनाया सी 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 तेरे पिछे घर किसे अपना लुटाया सी तेरे पिछे घर किसे अपना लुटाया सी किसे अपना लुटाया सी तेरे पिछे घर किसे अपना लुटाया सी तेरे पिछे घर किसे अपना लुटाया सी तेरे पिछे घर किसे अपना लुटाया सी ओ दस ओदे प्यार दा तू की मुल पाया सी दस ओदे प्यार दा तू की मुल पाया सी दस ओदे प्यार दा तू की मुल पाया सी दस ओदे प्यार दा तू की मुल पाया सी दस ओदे प्यार दा तू की मुल पाया सी दस ओदे प्यार दा तू की मुल पाया सी जग छड्ड तैनू किसे अपना बनाया 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 सी। सारी दुनिया ਨੂੰ ਛੱਡ ਕੇ ਮਹਾਰਾਜ ਨੇ ਸਾਨੂੰ ਇੰਨਾ ਪਿਆਰ ਕੀਤਾ ਆਪਣੇ ਬੱਚਿਆਂ ਨੂੰ ਛੱਡ ਦਿੱਤਾ ਸਾਡੇ ਲਈ ਪਰ ਸਤਿਗੁਰ ਦੇ ਪਰਉਪਕਾਰਾਂ ਦੀ ਕਦਰ ਕਰਨ ਵਾਲਾ ਕੋਈ ਕੋਈ ਹੈ। ਸਾਧ ਸੰਗਤ ਹਮੇਸ਼ਾ ਕਾਮਲ ਮੁਰਸ਼ਿਦ ਮਾੜੇ ਪਾਸੇ ਜਾਣ ਤੋਂ ਰੋਕਦਾ ਹੈ। ਐਦਾਂ ਦੇ ਵੀ ਅੱਜ ਕੱਲ ਗੁਰੂ ਨੇ ਕਹਿੰਦੇ ਪੀਂਦੇ ਹੋ ਪੀਵੀ ਜਾਓ ਖਾਣ ਵਾਲੇ ਖਾਈ ਜਾਣ ਜੋ ਮਰਜ਼ੀ ਕਰਦੇ ਹੋ ਕਰੀ ਜਾਓ ਸਾਡੇ ਕੋਲ ਆਈ ਜਾਓ। ਇੱਥੇ ਗਿਣਤੀ ਵਧਣੀ ਚਾਹੀਦੀ ਹੈ ਕੰਡੀਸ਼ਨ ਕੋਈ ਨਹੀਂ ਕੋਈ ਰੋਕ ਟੋਕ ਨਹੀਂ। ਇਸੇ ਕਰਕੇ ਤੁਸੀਂ ਵੇਖੋਗੇ ਉਧਰ ਬੜੇ ਲੋਕ ਜਾਣ ਵਾਲੇ ਆ। ਅੱਜ ਮੈਂ ਕਹਿੰਦਾ ਸਟੇਜਾਂ ਤੇ ਬੜੀ ਵਾਰੀ ਅਰਜ਼ ਕਰਨਾ ਵੀ ਵੇਖੋ ਜੇ ਇੱਕ ਦੀਵਾਨ ਵਿੱਚ ਬਾਹਰ ਦੀਵਾਨ ਲਾਣ ਹੁਣ ਆਪਾਂ ਜਾਈਦਾ ਕਈ ਵਾਰੀ ਕਈ ਥਾਵਾਂ ਉੱਤੇ ਤੇ ਲੱਖ ਲੱਖ ਦਾ ਇਕੱਠ ਵੀ ਹੁੰਦਾ ਹੈ ਕਈ ਥਾਵਾਂ ਤੇ ਬਹੁਤ ਸੰਗਤ ਹੁੰਦੀ ਹੈ ਤੇ ਜੇ ਉੱਥੇ ਇਹ ਗੱਲ ਇਦਾਂ ਹੀ ਕਹਿਣਾ ਹੋਵੇ ਵੀ ਲਓ ਬਈ ਦਾੜੀਆਂ ਕਟਾਈ ਜਾਓ ਕੇਸ ਰੱਖੋ ਭਾਵੇਂ ਨਾ ਰੱਖੋ ਇੰਨੀ ਛੋਟੀ ਦੇ ਦਈਏ ਨਾ ਇੰਨੀ ਵੀ ਲਓ ਤੁਹਾਨੂੰ ਹੁਣ ਆਪਾਂ ਨਾਮ ਦਿੰਨੇ ਆ ਗੁਰੂ ਵਾਲੇ ਬਣਾਉਂਦੇ ਆ ਤੇ ਮੈਨੂੰ ਲੱਗਦਾ ਹੈ ਇੱਕ ਪ੍ਰੋਗਰਾਮ ਵਿੱਚ 10-10 15-15 ਹਜ਼ਾਰ ਤਿਆਰ ਹੋ ਜਾਣਗੇ ਤਿਆਰ ਵੀ ਜੇ ਗੁਰੂ ਵਾਲੇ ਬਣਨੇ ਆ ਨਾਲੇ ਤੇ ਦਾਗ ਧੁੱਪਦਾ ਨਾਲੇ ਗੁਰੂ ਵਾਲੇ ਨਾਲੇ ਮਰਿਆਦਾ ਕੋਈ ਨਹੀਂ ਕੋਈ ਮੁਸ਼ਕਲ ਨਹੀਂ। ਇਸੇ ਕਰਕੇ ਲੋਕ ਸਸਤਾ ਕੰਮ ਭਾਲਦੇ ਆ ਵੀ ਗੁਰੂ ਵਾਲੇ ਵੀ ਬਣ ਜਾਈਏ ਤੇ ਕੁਝ ਕਰਨਾ ਵੀ ਨਾ ਪਵੇ ਪਰ ਅਸਲੀ ਪਿਤਾ ਉਹੀ ਹੁੰਦਾ ਹੈ ਜਿਹੜਾ ਆਪਣੇ ਪੁੱਤਰ ਦਾ ਰੋਗ ਕੱਟੇ ਬਿਮਾਰੀ ਕੱਟੇ ਤੇ ਸਾਡੇ ਸੱਚੇ ਪਾਤਸ਼ਾਹ ਨੇ ਸਾਡਾ ਦੁੱਖ ਕੱਟਿਆ ਇਹ ਰੋਗ ਕੱਟਿਆ ਮਰਿਆਦਾ ਸਾਡੇ ਵਾਸਤੇ ਬਣਾਈ ਇਹ ਨਹੀਂ ਵੀ ਗਿਣਤੀ ਜ਼ਿਆਦਾ ਚਾਹੀਦੀ ਸਿੱਧਾ ਆਖਿਆ ਵੀ ਜਿਵੇਂ ਪਿਓ ਕਰਦਾ ਨਾ ਵੀ ਜੇ ਆਹ ਗਲਤੀ ਕਰੇਗਾ ਤੂੰ ਮੇਰਾ ਕੁਛ ਨਹੀਂ ਲੱਗਦਾ ਬਿਲਕੁਲ ਗੁਰੂ ਗੋਬਿੰਦ ਸਿੰਘ ਨੇ ਪਿਓ ਵਾਲਾ ਕੰਮ ਕੀਤਾ ਹੈ ਵੀ ਜੇ ਸ਼ਰਾਬ ਪੀ ਲਈ ਜੇ ਕੇਸ ਕੱਟੇ ਗਏ ਜੇ ਕੋਈ ਗਲਤ ਕੰਮ ਤੂੰ ਕਰ ਬੈਂਗਾ ਜਾਂ ਤੇਰਾ ਤੇ ਮੇਰਾ ਰਿਸ਼ਤਾ ਖਤਮ ਇਹ ਹੈ ਨਾ ਪਿਓ ਵਾਲੀ ਗੱਲ। ਇਹ ਕੀ ਹੋਇਆ ਵੀ ਜੋ ਮਰਜ਼ੀ ਕਰਦਾ ਰਹੇ ਮੇਰੇ ਕੋਲ ਆਈ ਚੱਲ ਇਹ ਥੋੜਾ ਹੈ ਅਸਲੀ ਪਿਓ ਤੇ ਤਾਂ ਹੀ ਹੈ
पिता वाला फर्ज गुरु गोबिंद सिंह जी ने निभाया। सीधा आखिया भी कोई रिश्ता नहीं तेरा मेरा, जिदन केसां नूं कैंची ला लेगा जा चलिया जा, तू मेरा कुछ नहीं लगता, मैं नहीं तेरा, मैनू कोई प्रतीत नहीं तेरे ते। सीधा आखिया जब एक है विप्रन की रीत मैं ना करो इनकी प्रतीत, कोई प्रतीत नहीं, कोई भरोसा नहीं तुहाडे ते। हमेशा पूरा गुरु है जिहड़ा अपने बच्चों नूं सुचेत करदा, माड़े पासे तो रोकदा है। अजामल दा जिहड़ा गुरु सी ਉਹਨੂੰ ਕਹਿੰਦਾ ਸੀ ਉੱਥੇ ना जाई, बार बार आया कर, बाहर दी बाहर मुड़ जिया कर। बच्चा सी ते आखे लग्या रहा, जवान हो गया, सोचदा रोज मैनू गुरु मेरा रोकदा भी उधर ना जाई, रोज ही कहंदा उधर ना जाई, उधर ना जाई, वेखां ते सही उत्थे है कि। कईयां दी भैड़ी आदत हुंदी जिधरों रोको सगों उधर नूं ज्यादा जांदे ने, जेड़े कम्मों तुसीं रोकोगे ना पुट्ठे चलदे ने कई। कहते ना घर वाली किसी की आखे ना लग्या करे, वो घर वाला क्या करे, सब्जी बना उन्हें नहीं बनाउणी, जिद्दे उन्हें कहना नहीं बनाउणी फिर वो बनाउंदी हुंदी सी। जे नमक घट पाउणा ते उन्हें कहना वध पाउणा ते कहना घट रखी, वो सगों फिर वध पाउंदी सी। इदां दा सुभाअ सी। वो कहंदी मैं चली आ मरण, नहीं जाना, नहीं चली गई। वो जदों पानी दे विच गई ते उन्हें आख्या मੱਝ दी पूछ नूं चंगी तरह फड़ लै, तय लंघ जाएगी। उन्हें जो पूछ फड़ी हुई सी, जो उन्हें आख्या पूछ फड़ के रखी, उन्हें छड्ड दित्ती, वो पानी च रुड़ गई। बाद च लभदा फिरे उधर जिधरों पानी आउंदा है, वो कहंदे लाश ते उधर गई होनी है जिधर पानी जांदा, कहंदा नहीं पुट्ठी चलदी सी, मैनू पता है इधर नहीं गई होनी, इधर ही गई होई है, ही पुट्ठी आखे नहीं लगदी। हुंदे ने बंदे कई पुट्ठे, जिन्ना तुसी रोकोगे उन्ना ही उधर नूं जाणगे। कई बंदे वेखे है जिन्ना सगों रोकोगे भी आ काम नहीं करना, आ काम नहीं करना, सगों ओही करनगे। सुभाअ ही कईयां दा इदां दा हुंदा, चंगियां गल्लां चंगियां नहीं लगदी। ये भी माड़े कर्मां दी निशानी हुंदी। जदों सियाणियां दी आखियां भैड़ियां लगन लग जाण, प्यो दा गुस्सा लगन लग जाए, सियाणे बंदे दा गुस्सा लगन लग जाए, ते समझ लेना चाहिदा माड़ा ये दिन शुरू हो गए। ये माड़े दिनां दी निशानी है। माड़े कर्म शुरू, गुस्सा करदा ना प्यो दा, वड्डियां दा, सियाणियां दा, ते समझ ले भी हुण तेरे माड़े दिन शुरू हो गए। यही माड़े कर्म ने लिखा होएगा फिर तैनू पार लंघन नहीं देना। संत महाराज ने जदों मैनू वाजे ते हथ रखाया सी, मैनू कहंदे तैनू कोई धारना आउंदी? मैं कहा जी आ मैं आही मैनू याद है, मैं आ धारना पढ़ी। माड़े तेरे कर्मां ने तैनू पार लंघन नहीं देना, ओ माड़े तेरे कर्मां ने तैनू पार लंघन नहीं देना, माड़े तेरे कर्मां ने तैनू पार लंघन नहीं देना, माड़े तेरे कर्मां ने तैनू पार लंघन नहीं देना, माड़े तेरे कर्मां ने तैनू पार लंघन नहीं देना, माड़े तेरे कर्मां ने तैनू पार लंघन नहीं देना, माड़े तेरे कर्मां ने पार लंघन नहीं, लंघन नहीं देना, माड़े तेरे कर्मां ने बंदा नहीं बदलना, बंदे दे कर्म बदलने पैंदे ने।